ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਡੰਡਾਉਤ ਬੰਦਨ ਅਨਿਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਵਾਹਿਗੁਰੂ ਜੀ। ਜਤੀ ਸਤੀ ਚਿਰ ਜੀਵਣੇ, ਸਾਧਿਕ ਸਿੱਧਨਾਥ ਗੁਰ ਚੇਲੇ। ਦੇਵੀ ਦੇਵ ਰਿਖੀਸ਼ਰਾਂ, ਭੈਰੋਂ ਖੇਤਰਪਾਲ ਬਹੁ ਮੇਲੇ। ਗਣ ਗੰਧਰਬ ਅਪਛਰਾਂ, ਕਿੰਨਰ ਜਛ ਚਲਿਤ ਬਹੁ ਖੇਲੇ। ਰਾਖਸ ਦਾਨੋ ਦੈਂਤ ਲਖ, ਅੰਦਰ ਦੂਜਾ ਭਾਉ ਦੁਹੇਲੇ। ਹਉ ਮੈਂ ਅੰਦਰ ਸਭ ਕੋ, ਡੁੱਬੇ ਗੁਰੂ ਸਣੇ ਬਹੁ ਚੇਲੇ। ਗੁਰਮੁਖ ਕੋਇ ਨਾ ਦਿਸਈ, ਢੂੰਡੇ ਤੀਰਥ ਜਾਤਰੀ ਮੇਲੇ। ਡਿਠੇ ਹਿੰਦੂ ਤੁਰਕ ਸਭ, ਪੀਰ ਪੈਗੰਬਰ ਕੌਮ ਕਤੇਲੇ। ਅੰਧੀ ਅੰਧੇ ਖੂਹੇ ਠੇਲੇ, ਅੰਧੀ ਅੰਧੇ ਖੂਹੇ ਠੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸ਼ਹਿਨਸ਼ਾਹ, ਹਜ਼ੂਰ ਦਾਤਾਰ, ਕਿਰਪਾਲੂ ਦਿਆਲੂ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਰਹਿਮਤ ਕਿਰਪਾ ਬਖਸ਼ਿਸ਼ ਦੇ ਸਦਕਾ ਭਾਈ ਗੁਰਦਾਸ ਜੀ ਦੀ ਪਾਵਨ ਰਚਨਾ, ਭਾਈ ਗੁਰਦਾਸ ਜੀ ਦੀਆਂ ਪਾਵਨ ਵਾਰਾਂ ਦੀ ਜੋ ਲੜੀਵਾਰ ਵਿਚਾਰ ਕਥਾ ਪ੍ਰਾਰੰਭ ਹੋਈ ਹੈ, ਗੁਰੂ ਕਿਰਪਾ ਨਾਲ 26ਵੀਂ ਪਾਵਨ ਪੌੜੀ ਪਹਿਲੀ ਵਾਰ ਦੀ ਪਾਠ ਰੂਪ ਦੇ ਅੰਦਰ ਆਪਾਂ ਸਰਵਣ ਕੀਤੀ ਹੈ। ਸੋ ਆਓ ਇਸ ਪਾਵਨ ਵਿਚਾਰ ਦੀ ਪ੍ਰਾਰੰਭਤਾ ਕਰੀਏ। ਅਰਦਾਸ ਕਰੋ, ਹਜ਼ੂਰ ਗਰੀਬ ਨਵਾਜ ਸਮੱਤ ਦੀ ਦਾਤ ਦੇ ਕੇ ਆਪ ਵਿੱਚ ਵਰਤ ਕੇ ਇਸ ਪਾਵਨ ਅਗਾਧ ਬੋਧ ਰਚਨਾ ਦੀ ਵਿਚਾਰ ਭਾਉ ਭਾਵਨੀ ਸਹਿਤ ਆਪ ਕਰਵਾ ਲੈਣ। ਸੋ ਜਿਤਨੇ ਆਪ ਜੀ ਸਰਵਣ ਕਰ ਰਹੇ ਹੋ, ਪਿਆਰ ਸਹਿਤ ਸਾਹਿਬ ਦੀ ਅਸੀਸ ਲਓ। ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਜਤੀ ਸਤੀ ਚਿਰ ਜੀਵਣੇ, ਸੋ ਇਸ ਪਹਿਲੀ ਵਾਰ ਦੀ ਪਾਵਨ 26ਵੀਂ ਪੌੜੀ ਦੇ ਵਿੱਚ ਜੋ ਅੱਜ ਜ਼ਿਕਰ ਆ ਰਿਹਾ ਹੈ, ਜਿਸ ਤਰ੍ਹਾਂ ਪਿਛਲੀ ਪਾਵਨ 25 ਨੰਬਰ ਪੌੜੀ ਦੇ ਅੰਦਰ ਆਪਾਂ ਸਰਵਣ ਕੀਤਾ ਸੀ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਚੜ੍ਹਿਆ ਸੋਧਣ ਧਰਤ ਲੋਕਾਈ ਦੀ ਬਾਤ ਪਈ, ਗੁਰੂ ਨਾਨਕ ਗੁਰੂ ਬਾਬਾ ਸੁਲਤਾਨਪੁਰ ਤੋਂ ਚੱਲੇ ਨੇ, ਤਾਂ ਬਾਬਾ ਆਇਆ ਤੀਰਥੀ, ਤੀਰਥ ਪੁਰਬ ਸਭੇ ਫਿਰ ਦੇਖੈ। ਗੁਰੂ ਨਾਨਕ ਗੁਰੂ ਪਾਤਸ਼ਾਹ ਨੇ ਸਾਰੇ ਤੀਰਥ ਜਿਹੜੇ ਸਨ ਉਹਨਾਂ ਨੂੰ ਫਿਰ ਕੇ ਦੇਖਿਆ, ਉਹਨਾਂ ਦੇ ਪੁਰਬ ਦੇਖੇ ਨੇ, ਉਹਨਾਂ ਲੋਕਾਂ ਦਾ ਰਹਿਣ ਸਹਿਣ ਜੀਵਨ ਆਚਰਣ ਦੇਖਿਆ ਹੈ। ਸੋ ਇਸੇ ਤਰ੍ਹਾਂ ਇਸ 26ਵੀਂ ਪੌੜੀ ਅੰਦਰ ਵੀ ਭਾਈ ਗੁਰਦਾਸ ਜੀ ਉਸੇ ਸਿਧਾਂਤ ਨੂੰ ਲੈ ਕਰਕੇ ਤੁਰਦੇ ਨੇ। ਜਦੋਂ ਗੁਰੂ ਨਾਨਕ ਪਾਤਸ਼ਾਹ ਇੰਜ ਵਿਚਰਦੇ ਨੇ, ਹੋਰ ਵੀ ਬੜਾ ਕੁਛ ਜਿਹੜਾ ਸੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਡਿੱਠਾ ਹੈ। ਸੰਸਾਰ ਦੇ ਹਾਲਤ, ਤੀਰਥਾਂ 'ਤੇ ਵਸਣ ਵਾਲਿਆਂ ਦੇ ਹਾਲਤ, ਤੀਰਥਾਂ 'ਤੇ ਆਉਣ ਵਾਲੇ ਯਾਤਰੀਆਂ ਦੀ ਹਾਲਤ, ਭਾਵ ਕਿ ਧਰਮ ਦੀ ਦੁਨੀਆ ਅੰਦਰ ਜੋ ਜੋ ਅਡੰਬਰ ਹੋ ਰਿਹਾ ਸੀ, ਗੁਰੂ ਨਾਨਕ ਗੁਰੂ ਬਾਬਾ ਜੀ ਨੇ ਸਾਰਾ ਦੇਖਿਆ ਹੈ। ਸੋ ਪ੍ਰਾਰੰਭਤਾ ਕਰਦੇ ਨੇ ਜਤੀ ਸਤੀ ਚਿਰ ਜੀਵਣੇ, ਭਾਵ ਜਿਹੜੇ ਜਤੀ ਸਨ, ਜਿਹੜੇ ਜਤ ਦੇ ਅੰਦਰ ਰਹਿੰਦੇ ਸਨ, ਭਾਵ ਆਪਣੇ ਆਪ ਨੂੰ ਇੰਦਰੀ ਜਿੱਤ ਕਹਿੰਦੇ ਸਨ ਕਿ ਅਸੀਂ ਗ੍ਰਸਤੀ ਜੀਵਨ ਨਹੀਂ ਅਪਣਾਉਂਦੇ, ਅਸੀਂ ਬ੍ਰਹਮਚਰਜ ਵਿੱਚ ਹਾਂ, ਅਸੀਂ ਆਪਣੇ ਕਾਮ ਦੀ ਇੰਦਰੀ ਨੂੰ ਜਿੱਤਿਆ ਹੈ, ਅਸੀਂ ਹੋਰ ਵੀ ਕਈ ਇੰਦਰੇ ਆਪਣੇ ਸਰੀਰ ਦੇ ਜੋ ਆਮ ਮਨੁੱਖ ਦੇ ਵੱਸ ਵਿੱਚ ਨਹੀਂ, ਅਸੀਂ ਉਹਨਾਂ ਨੂੰ ਜਿੱਤ ਚੁੱਕੇ ਹਾਂ। ਫਿਰ ਜਿਹੜੇ ਸੱਤ ਨੂੰ ਕਮਾਉਣ ਵਾਲੇ ਸਤੀ ਪੁਰਖ ਸਨ, ਸੱਤ ਦੇ ਅੰਦਰ ਅਭੇਦ ਹੋਣ ਵਾਲੇ ਸਨ, ਜੋ ਇੱਕ ਦਾਅਵੇ ਦੇ ਤੌਰ 'ਤੇ ਕਹਿੰਦੇ ਸਨ ਅਸੀਂ ਸਤੀ ਪੁਰਖ ਹਾਂ। ਸੋ ਫਿਰ ਚਿਰ ਜੀਵਨੇ, ਬਹੁਤ ਲੰਬੇਰੀਆਂ ਉਮਰਾਂ ਹੰਡਾਉਣ ਵਾਲੇ ਜਿਹੜੇ ਸਨ ਸਿੱਧ ਆਦਿਕ, ਜਿਹੜੇ ਬਹੁਤ ਲੰਬੇਰਾ ਸਮਾਂ ਚਿਰ ਜੀਵਨੇ, ਜਿਨ੍ਹਾਂ ਨੂੰ ਅਸੀਂ ਚਿਰੰਕਾਲ ਵੀ ਕਹਿ ਦਿੰਦੇ ਹਾਂ,
ਬਹੁਤ ਲੰਬੇਰੇ ਯੁੱਗਾਂ ਪ੍ਰਯੁੱਗਾਂ ਤੱਕ ਜਿਹੜੇ ਇਸ ਧਰਤੀ ਦੇ ਉੱਤੇ ਸਰੀਰ ਕਰਕੇ ਕਾਇਮ ਰਹਿੰਦੇ ਨੇ ਜਾਂ ਸੰਸਾਰ ਦੇ ਲੋਕਾਂ ਦੀਆਂ ਅੱਖਾਂ ਤੋਂ ਓਹਲੇ ਹੋ ਕਰਕੇ ਰਹਿੰਦੇ ਨੇ, ਉਹ ਚਿਰੰਕਾਲ, ਜਿਸ ਤਰ੍ਹਾਂ ਮਾਰਕੰਡਾ ਰਿਸ਼ੀ ਜਿਹੜਾ ਉਹ ਚਿਰੰਜੀਵੀ ਹੈ। ਹੋਰ ਵੀ ਲక్ష్మణ ਨੂੰ ਵੀ ਚਿਰੰਜੀਵੀ, ਹਨੂਮਾਨ ਨੂੰ ਵੀ ਗ੍ਰੰਥ ਜਿਹੜੇ ਉਹ ਚਿਰੰਜੀਵੀ ਮੰਨਦੇ ਨੇ। ਗੁਰੂ ਨਾਨਕ ਪਾਤਸ਼ਾਹ ਜੀ ਨੇ ਕੀ ਦੇਖਿਆ, ਇਸ ਤਰ੍ਹਾਂ ਚਿਰੰਜੀਵੀ ਚਿਰ ਜੀਵਣੇ ਵਾਲੇ ਜਿਹੜੇ ਸਨ, ਫਿਰ ਸਾਧਿਕ ਸਿੱਧ ਨਾਥ ਗੁਰ ਚੇਲੇ, ਫਿਰ ਸਾਧਨਾ ਕਰਨ ਵਾਲੇ ਜਿਹੜੇ ਸਾਧਿਕ, ਜਿਹੜੇ ਧਰਮ ਦੀ ਦੁਨੀਆ ਵਿੱਚ ਮਿਹਨਤਾਂ ਕਰਦੇ ਨੇ, ਤੇ ਸਾਧਿਕ ਭਾਵ ਕਿ ਆਪਣੇ ਆਪ ਨੂੰ ਸਾਧਨ ਵਾਲੀ ਮਿਹਨਤ ਕਰਦੇ ਨੇ। ਸੋ ਇਸ ਤਰ੍ਹਾਂ ਬਹੁਤ ਜ਼ਿਆਦਾ ਮਸ਼ੱਕਤ ਕਰਦੇ ਨੇ, ਧੂਣੇ ਤਪਾ ਕੇ ਜਾਂ ਹੋਰ ਕਈ ਪ੍ਰਕਾਰ ਦੇ ਸਰੀਰ ਨੂੰ ਦੁੱਖ ਦੇ ਕੇ, ਪੁੱਠੇ ਲਟਕ ਕੇ, ਭੁੱਖੇ ਰਹਿ ਕਰਕੇ, ਪਾਣੀ ਵਿੱਚ ਖੜ ਕੇ, ਅੱਗ ਦੇ ਵਿੱਚ ਖੜ ਕੇ, ਜਾਂ ਹੋਰ ਕੰਡਿਆਂ ਦੇ ਉੱਤੇ ਬਹਿ ਕਰਕੇ, ਨਦੀਆਂ ਦੇ ਵਿੱਚ ਪਾਣੀ ਵਿੱਚ ਖੜੇ ਹੋ ਕਰਕੇ, ਸੋ ਇਸ ਤਰ੍ਹਾਂ ਪੌਣਾ ਆਹਾਰੀ ਹੋ ਕਰਕੇ ਇਹ ਸਾਰੀ ਸਾਧਨਾ ਕਰਦੇ ਨੇ। ਸੋ ਐਸੇ ਸਾਧਕ ਫਿਰ ਜਿਹੜੇ ਸਿੱਧ ਲੋਕ ਹਨ, ਜਿਨ੍ਹਾਂ ਦੇ ਵਿੱਚ 84 ਸਿੱਧ ਵੀ ਆਉਂਦੇ ਹਨ, ਨਾਥ ਗੁਰ ਚੇਲੇ, ਸਿੱਧ ਅਤੇ ਨਾਥ ਭਾਵ ਨਾਥ ਹੁੰਦੇ ਨੇ ਜਿਹੜੇ ਮੁੰਦਰਾਂ ਪਾ ਕੇ ਰੱਖਦੇ ਨੇ, ਜਿਨ੍ਹਾਂ ਨੇ ਆਪਣੇ ਕੰਨਾਂ ਨੂੰ ਨੱਥਿਆ ਹੁੰਦਾ, ਕੰਨਾਂ 'ਚ ਮੁੰਦਰਾਂ ਪਾਈਆਂ, ਉਹ ਨਾਥ ਹਨ। ਸੋ ਇਸ ਤਰ੍ਹਾਂ ਉਹ ਨਾਥ, ਫਿਰ ਉਹਨਾਂ ਦੇ ਜਿਹੜੇ ਗੁਰੂ ਸਿੱਧ, ਫਿਰ ਸਿੱਧਾਂ ਦੇ ਨਾਥ ਗੁਰੂ ਜਿਹੜੇ ਬਹੁਤ ਚੇਲਿਆਂ ਦੇ ਸਮੇਤ ਸਨ, ਕਿਉਂਕਿ ਗੁਰ ਚੇਲੇ, ਗੁਰੂ ਅਤੇ ਨਾਲ ਉਹਨਾਂ ਦੇ ਚੇਲੇ, ਇਹਨਾਂ ਸਾਰਿਆਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਮਿਲਣਾ ਕੀਤਾ, ਵੇਖਣਾ। ਸਿੱਧਾਂ ਨੂੰ ਵੀ ਮਿਲੇ, ਜੋਗੀਆਂ ਨੂੰ ਵੀ ਮਿਲੇ, ਵੱਡੇ ਵੱਡੇ ਜਤੀ ਸਤੀ ਜਿਹੜੇ ਸਨ ਉਹਨਾਂ ਨਾਲ ਵੀ ਗੁਰੂ ਨਾਨਕ ਦਾ ਮਿਲਾਪ ਹੋਇਆ। ਦੇਵੀ ਦੇਵ ਰਿਖੀ ਸ਼ਰਾਂ ਭੈਰੋ ਖੇਤਰਪਾਲ ਬਹੁ ਮੇਲੇ। ਫਿਰ ਸੰਸਾਰ ਦੇ ਉੱਤੇ ਹੋਰ ਵੀ ਇੱਕ ਆਡੰਬਰ ਚੱਲਦਾ ਸੀ ਕਿ ਦੇਵੀ ਦੇਵ ਭਾਵ ਦੇਵੀਆਂ ਅਤੇ ਦੇਵਤੇ ਜਿਹੜੇ ਸਨ, ਫਿਰ ਰਿਖੀਸ਼ਰ ਜਿਹੜੇ ਰਿਖੀ ਲੋਕ ਸਨ, ਬੜੇ ਰਿਖੀ ਜਿਨ੍ਹਾਂ ਦੀ ਅੱਜ ਵੀ ਪੂਜਾ ਹੁੰਦੀ ਹੈ। ਸੋ ਜਿਹੜੇ ਰਿਸ਼ੀ ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਹਾਂ, ਰਿਖੀ ਲੋਕ ਜਿਹੜੇ ਸਨ ਉਹ ਸਾਰੇ, ਫਿਰ ਭੈਰੋਂ ਖੇਤਰਪਾਲ, ਭੈਰੋਨਾਥ ਜਿਹਨੂੰ ਅੱਜ ਵੀ ਲੋਕ ਬਹੁਤ ਜ਼ਿਆਦਾ ਮੰਨਦੇ ਹਨ ਦੇਵਤੇ ਰੂਪ ਦੇ ਅੰਦਰ, ਫਿਰ ਖੇਤਰਪਾਲ। ਵੈਸੇ ਕੁਝ ਲੋਕ ਖੇਤਰਪਾਲ ਤੇ ਭੈਰੋ ਨੂੰ ਇੱਕ ਰੂਪ ਮੰਨਦੇ ਨੇ। ਵੈਸੇ ਜਿਹੜਾ ਖੇਤਰਪਾਲ ਹੈ ਉਹਨੂੰ ਪੰਜਾਬ ਦੇ ਵਿੱਚ ਆਪ ਜੀ ਨੂੰ ਪਤਾ ਹੈ ਕਿ ਬਹੁਤ ਜ਼ਿਆਦਾ ਕਿਸਾਨੀ ਕਰਨ ਵਾਲੇ ਲੋਕ ਉਹਨੂੰ ਖੇਤੀ ਦਾ ਦੇਵਤਾ ਮੰਨ ਕੇ ਅਤੇ ਉਹਦੀ ਬਹੁਤ ਜ਼ਿਆਦਾ ਖੇਤਾਂ ਦੇ ਵਿੱਚ ਪੂਜਾ ਕਰਦੇ ਨੇ। ਇਹ ਐਸੀ ਅਗਿਆਨਤਾ ਕਾਫੀ ਸਾਲ ਪਹਿਲਾਂ ਵੀ ਸੀ ਅਤੇ ਕਹਿਣ ਵਿੱਚ ਕੋਈ ਦੋ ਰਾਏ ਨਹੀਂ, ਇਹ ਅਗਿਆਨਤਾ ਅੱਜ ਵੀ ਜਿਉਂ ਦੀ ਤਿਉਂ ਬਣੀ ਹੋਈ ਹੈ। ਸ਼ਾਇਦ ਜੋ ਤਾਂ ਗੁਰਮਤਿ ਨਾਲ ਜੁੜਿਆ ਹੋਇਆ ਕਿਸਾਨ ਜ਼ਿਮੀਂਦਾਰ ਹੈ ਉਹ ਤਾਂ ਇਹਨਾਂ ਚੱਕਰਾਂ ਵਿੱਚ ਨਹੀਂ ਪੈਂਦਾ, ਉਹ ਤਾਂ ਫਸਲ ਨੂੰ ਬੀਜਣ ਲੱਗਿਆਂ ਵੀ ਗੁਰੂ ਅੱਗੇ ਅਰਦਾਸ ਕਰਕੇ ਬੀਜ ਪਾਉਂਦਾ ਹੈ, ਅਤੇ ਫਸਲ ਨੂੰ ਵੱਢਣ ਲੱਗਿਆਂ ਵੀ ਗੁਰੂ ਅੱਗੇ ਅਰਦਾਸ ਕਰਕੇ ਹੀ ਹੱਥ ਲਾਉਂਦਾ ਹੈ, ਅਤੇ ਫਸਲ ਜਦੋਂ ਲੈ ਜਾਂਦਾ ਤਾਂ ਸਭ ਤੋਂ ਪਹਿਲਾਂ ਗੁਰੂ ਘਰ ਦੇ ਵਿੱਚ ਦਸਵੰਧ ਭੇਜਦਾ ਹੈ। ਪਰ ਜੋ ਅਗਿਆਨਤਾ ਦੇ ਵਸ ਪਏ ਨੇ ਉਹ ਕਹਿੰਦੇ ਨਾ ਜੀ, ਫਸਲ ਦੇ ਵਿੱਚ ਖੇਤਰਪਾਲ ਦੀ ਕਿਰਪਾ ਹੋਣੀ ਚਾਹੀਦੀ, ਖੇਤਾਂ ਦੇ ਵਿੱਚ ਮੜੀਆਂ ਬਣਾਈਆਂ ਨੇ ਖੇਤਰਪਾਲ ਦੀਆਂ। ਸੋ ਇਸ ਤਰ੍ਹਾਂ ਸਾਹਿਬ ਜੀ ਕਹਿੰਦੇ ਖੇਤਰਪਾਲ ਬਹੁ ਮੇਲੇ, ਲੋਕਾਂ ਨੇ ਇਹਨਾਂ ਨੂੰ ਪੂਜਣਯੋਗ ਜਾਣ ਕਰਕੇ ਬਹੁਤ ਇਕੱਠੇ ਕਰ ਲਏ। ਪਿੰਡ ਪਿੰਡ ਦੇ ਵਿੱਚ ਕੱਲੇ ਕੱਲੇ ਜ਼ਿਮੀਂਦਾਰ ਦੇ ਖੇਤ ਵਿੱਚ ਖੇਤਰਪਾਲ ਦੀਆਂ ਮੜੀਆਂ ਬਣੀਆਂ ਨੇ। ਫਿਰ ਭੈਰੋਂ, ਫਿਰ ਦੇਵ ਦੇਵੀਆਂ, ਰੁਖੀਸ਼ਰ, ਇਹਨਾਂ ਨੂੰ ਦੁਨੀਆ ਨੇ ਇਕੱਠੇ ਕੀਤਾ ਹੋਇਆ। ਸੋ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜਦੋਂ ਵਿਚਰਦੇ ਨੇ ਤਾਂ ਕੀ ਦੇਖਦੇ ਨੇ, ਲੋਕਾਂ ਨੇ ਇਹਨਾਂ ਨੂੰ ਇਕੱਠੇ ਕਰ ਕਰਕੇ ਰੱਖਿਆ ਹੈ, ਭਾਵੇਂ ਇਹਨਾਂ ਦੇ ਪੂਜਾ ਸਥਾਨ ਬਣਾਏ ਹੋਏ ਹਨ। ਗਣ ਗੰਧਰਵ ਅਪਛਰਾ ਕਿੰਨਰ ਜਛ ਚਲਿਤ ਬਹੁ ਖੇਲੇ। ਫਿਰ ਗਣ ਗੰਧਰਵ ਅਪਛਰਾ, ਇੰਦਰ ਦੇ ਰਾਗੀ, ਫਿਰ ਉੱਥੇ ਸਾਜ਼ ਵਜਾਉਣ ਵਾਲੇ ਜਿਹੜੇ ਗੰਧਰਵ ਆਦਿਕ ਹਨ। ਫਿਰ ਅਪਛਰਾ ਜਿਹੜੀਆਂ ਉੱਥੋਂ ਦੀਆਂ ਨਾਚੀਆਂ ਪਰੀਆਂ ਜਿਹੜੀਆਂ ਹਨ, ਅਪਛਰਾ ਜੋ ਇੰਦਰ ਦੇ ਦਰਬਾਰ ਵਿੱਚ ਨੱਚਦੀਆਂ ਹਨ। ਕਿੰਨਰ ਲੋਕ ਜਿਹੜੇ ਹਨ। ਫਿਰ ਜਛ, ਇਹ ਸਾਰੇ ਜਿਹੜੇ ਹਨ ਯਖ, ਜਛ ਦਾ ਅਰਥ ਕਰੀਏ ਤਾਂ ਯਖ ਹੋ ਜਾਂਦਾ ਹੈ, ਜਿਹੜੇ ਯਖ ਆਦਿਕ ਹਨ। ਚਲਿਤ ਬਹੁ ਖੇਲੇ, ਇਹ ਕਈ ਤਰ੍ਹਾਂ ਦੇ ਚਲਿੱਤਰ ਜਿਹੜੇ ਸਨ ਖੇਲਦੇ ਸਨ, ਉਹਨਾਂ ਦਾ ਰੂਪ ਧਾਰ ਕੇ ਇਸ ਧਰਤੀ 'ਤੇ ਲੋਕ ਖੇਲਦੇ ਸੀ। ਕਿਉਂਕਿ ਹੁਣ ਜਿਤਨੇ ਗੰਧਰਵ, ਹਾ ਹਾ ਹੂ ਹੂ, ਇਹ ਸਾਰੇ ਜਿਹੜੇ ਗੰਧਰਵ ਆਦਿਕ ਜੋ ਇੰਦਰ ਦੇ ਦਰਬਾਰ ਵਿੱਚ ਰਹਿੰਦੇ ਨੇ, ਇਸ ਧਰਤੀ 'ਤੇ ਨਹੀਂ ਆਏ ਹੋ।
ਦੋਨੋਂ ਅਰਥ ਵਿੱਚ ਕਵਾਂ ਤਾਂ ਇਸ ਧਰਤੀ ਤੇ ਜਦੋਂ ਕਿਤੇ ਇੰਦਰ ਦਾ ਸਵਾਂਗ ਰਚਿਆ ਜਾਂਦਾ ਹੈ, ਮਨੁੱਖਾਂ ਦੇ ਵੱਲੋਂ ਕੋਈ ਕ੍ਰਿਸ਼ਨ ਬਣਦਾ ਹੈ, ਕੋਈ ਰਾਮ ਬਣਦਾ ਹੈ, ਕੋਈ ਇੰਦਰ ਦਾ ਸਵਾਂਗ ਰਚਦਾ ਹੈ, ਉਸ ਵਕਤ ਫਿਰ ਉਹਦੇ ਦਰਬਾਰ ਬਣਾਏ ਜਾਂਦੇ ਨੇ। ਦਰਬਾਰ ਦੇ ਵਿੱਚ ਫਿਰ ਹਾ ਹਾ ਹੂ ਹੂ ਆਦਿਕ ਜਿਹੜੇ ਗੰਧਰਵ ਰਾਗੀ ਅਪੱਛਰਾਵਾਂ ਜਿਹੜੀਆਂ ਨੇ ਉਸੇ ਤਰ੍ਹਾਂ ਕੱਪੜੇ ਪਾ ਕੇ ਨਾਚ ਪੇਸ਼ ਕਰਦੀਆਂ ਨੇ। ਇਸ ਧਰਤੀ ਤੇ ਵੀ ਹੁੰਦਾ ਹੈ, ਭਾਵ ਮੁਲਕ ਦੇ ਵਿੱਚ ਹੁੰਦਾ ਹੈ। ਸੋ ਜਦੋਂ ਇੰਦਰ ਦੇ ਦਰਬਾਰ ਦੀ ਗੱਲ ਵੀ ਕਰੀਏ ਤਾਂ ਉੱਥੇ ਵੀ ਇਹ ਸਾਰਾ ਕੁਝ ਸੀ। ਸੋ ਇਸ ਤਰ੍ਹਾਂ ਕਲਯੁੱਗ ਦਾ ਵਰਤਾਰਾ ਜਿਹੜਾ ਸੀ ਇਸ ਪ੍ਰਕਾਰ ਚੱਲ ਰਿਹਾ ਸੀ। ਰਾਖਸ ਦਾਨੋ ਦੈਂਤ ਲਖ। ਗਰੀਬ ਨਵਾਜ ਸਾਹਿਬ ਕੀ ਦੇਖਦੇ ਨੇ? ਰਾਖਸ਼ ਜਿਹੜੇ ਅਸੁਰ ਸੁਭਾਵ ਵਾਲੇ ਮਨੁੱਖ ਹਨ, ਫਿਰ ਦਾਨਵ ਜਿਹੜੇ ਦਨੂ ਦੇ ਪੁੱਤਰ ਹਨ, ਫਿਰ ਦੈਂਤ ਜਿਹੜੇ ਦਿਤੀ ਦੇ ਪੁੱਤਰ ਹਨ। ਸੋ ਇਹ ਸਾਰੇ ਜਿਹੜੇ ਹਨ ਦੈਂਤ ਲਖ ਲੱਖਾਂ, ਇਹ ਸਾਰੇ ਜਿਹੜੇ ਹਨ ਅੰਦਰ ਦੂਜਾ ਭਾਉ ਦੁਹੇਲੇ। ਇਹ ਸਾਰਿਆਂ ਦੇ ਅੰਦਰ ਦਵੈਤ ਭਾਵ ਹੈ। ਦਵੈਤ ਭਾਵ ਹੋਣ ਕਰਕੇ ਇਹ ਸਾਰੇ ਦੁਹੇਲੇ ਹਨ, ਭਾਵ ਇੱਕ ਨੂੰ ਛੱਡ ਕੇ ਦੂਜੇ ਨੂੰ ਵੱਡਾ ਮੰਨਦੇ ਨੇ ਲੋਕ, ਜਾਂ ਉਹ ਆਪਸ ਦੇ ਵਿੱਚ ਇੱਕ ਕਹਿੰਦਾ ਮੈਂ ਵੱਡਾ ਹਾਂ। ਦੇਵਤੇ ਦੈਂਤਾਂ ਨੂੰ ਆਪਣੇ ਆਪ ਤੋਂ ਵੱਡਾ ਮੰਨਦੇ ਨੇ, ਦੇਵਤੇ ਆਪਣੇ ਆਪ ਨੂੰ ਦੈਂਤਾਂ ਤੋਂ ਵੱਡਾ, ਤੇ ਦੈਂਤ ਖੁਦ ਨੂੰ ਦੇਵਤਿਆਂ ਤੋਂ ਵੱਡਾ ਮੰਨਦੇ ਨੇ। ਦੈਂਤਾਂ ਦੇ ਵਿੱਚ ਰਾਖਸ਼ ਜਿਹੜੇ ਨੇ ਉਹ ਆਪਣੇ ਆਪ ਨੂੰ ਵੱਡਾ ਮੰਨਦੇ ਨੇ। ਇਸ ਤਰ੍ਹਾਂ ਸੰਸਾਰ ਦੇ ਲੋਕ ਵੀ ਜਿਹੜੇ ਸਨ ਉਹ ਅਕਾਲ ਪੁਰਖ ਪਰਮੇਸ਼ਰ ਨੂੰ ਭੁੱਲ ਕਰਕੇ ਦੂਜੇ ਭਾਵ ਦੇ ਵਿੱਚ ਲੱਗ ਗਏ। ਜਦੋਂ ਦਵੈਤ ਭਾਵ ਵਿੱਚ ਲੱਗ ਜਾਈਏ ਤਾਂ ਸਾਹਿਬ ਭਾਦੋਂ ਦੇ ਮਹੀਨੇ 'ਚ ਇੱਕ ਬਚਨ ਕਹਿੰਦੇ ਨੇ, ਭਾਦੋਏ ਭਰਮ ਭੁਲਾਣੀਆਂ ਦੂਜਾ ਲੱਗਾ ਹੇਤ। ਜਦੋਂ ਦਵੈਤ ਭਾਵ ਦੇ ਵਿੱਚ ਲੱਗ ਗਈ ਇਹ ਜੀਵ ਇਸਤਰੀ, ਫਿਰ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ। ਤੇਰੇ ਲੱਖਾਂ ਕੀਤੇ ਹੋਏ ਸ਼ਿੰਗਾਰ ਵੀ ਕਿਸੇ ਅਰਥ ਨਹੀਂ ਹਨ। ਸੋ ਇਸ ਤਰ੍ਹਾਂ ਇੱਥੇ ਕਿਰਪਾ ਕਰਦੇ ਅੰਦਰ ਦੂਜਾ ਭਾਉ ਦੁਹੇਲੇ। ਅੰਦਰ ਦਵੈਤ ਭਾਵ ਹੈ ਮਨੁੱਖਾਂ ਦੇ, ਦੇਵੀ ਦੇਵਤਿਆਂ ਦੀ ਪੂਜਾ ਨਾਲ ਜੁੜੇ ਨੇ, ਇਸ ਕਰਕੇ ਜੀਵ ਬਹੁਤ ਦੁਖੀ ਹੋ ਰਹੇ ਹਨ। ਹਉਮੈ ਅੰਦਰ ਸਭ ਕੋ ਡੁੱਬੇ ਗੁਰੂ ਸਣੇ ਬਹੁ ਚੇਲੇ। ਸਾਰੇ ਲੋਕ ਹਉਮੈ ਦੇ ਵਿੱਚ ਗ੍ਰਸੇ ਨੇ। ਗੁਰੂ ਨਾਨਕ ਪਾਤਸ਼ਾਹ ਜਦੋਂ ਵਿਚਰਦੇ ਪਏ ਨੇ ਨਾ ਉਦਾਸੀਆਂ ਤੇ, ਦੇਖਦੇ ਪਏ ਨੇ ਦੁਨੀਆ ਦਾ ਹਾਲ ਕੀ ਹੈ। ਧਰਮ ਨੂੰ ਉਪਦੇਸ਼ ਕਰਨ ਵਾਲੇ ਜਿਹੜੇ ਉਹ ਵੀ ਹਉਮੈ ਵਿੱਚ ਗ੍ਰਸੇ ਨੇ, ਧਰਮ ਦਾ ਉਪਦੇਸ਼ ਸੁਣਨ ਵਾਲੇ ਵੀ ਹਉਮੈ ਵਿੱਚ ਗ੍ਰਸੇ ਨੇ, ਫਿਰ ਧਰਮ ਗ੍ਰੰਥਾਂ ਨੂੰ ਲਿਖਣ ਵਾਲੇ ਜਿਹੜੇ ਲੋਕ ਨੇ ਉਹ ਵੀ ਹਉਮੈ ਵਿੱਚ ਗ੍ਰਸੇ, ਜਤੀ ਸਤੀ ਜਿਹੜੇ ਆਪਣੇ ਆਪ ਨੂੰ ਖਵਾਉਂਦੇ ਉਹ ਵੀ ਹਉਮੈ ਦੇ ਵਿੱਚ ਗ੍ਰਸੇ ਨੇ। ਹਉਮੈ ਅੰਦਰ ਸਭ ਕੋ, ਸਾਰੇ ਹੀ ਲੋਕ ਕਿਹੜੇ ਕਿਹੜੇ? ਡੁੱਬੇ ਗੁਰੂ ਸਣੇ ਬਹੁ ਚੇਲੇ, ਭਾਵ ਕਿ ਗੁਰੂ ਵੀ ਇਸ ਹਉਮੈ ਵਿੱਚ ਡੁੱਬ ਗਏ ਤੇ ਆਪਣੇ ਚੇਲਿਆਂ ਨੂੰ ਵੀ ਨਾਲ ਡੁੱਬ ਕੇ ਰੱਖ ਦਿੱਤਾ। ਇਸੇ ਲਈ ਭਗਤਾਂ ਨੇ ਬਾਣੀ ਅੰਦਰ ਬ੍ਰਾਹਮਣਾਂ ਦੇ ਪਰਥਾਏ ਫਿਰ ਸ਼ਬਦ ਕਿਹਾ ਸੀ, ਆਪ ਡੁੱਬੇ ਚਹੁ ਵੇਦ ਮਹਿ ਚੇਲੇ ਦੀਏ ਬਹਾਏ। ਕਿ ਤੁਸੀਂ ਆਪ ਤਾਂ ਚਾਰਾਂ ਵੇਦਾਂ ਨੂੰ ਪੜ੍ਹ ਕੇ ਹਉਮੈ ਹੰਕਾਰ ਦੇ ਵਿੱਚ ਡੁੱਬ ਗਏ, ਗਿਆਨ ਤਾਂ ਮਿਲਿਆ ਨਾ ਤੁਹਾਨੂੰ, ਤੁਹਾਡੇ ਮਗਰ ਤੁਰਨ ਵਾਲੇ ਜਿਹੜੇ ਚੇਲੇ ਬਾਲ ਕੇ ਸੀ ਤੁਸੀਂ ਉਹਨਾਂ ਨੂੰ ਵੀ ਡੁੱਬ ਕੇ ਰੱਖ ਦਿੱਤਾ। ਸੋ ਭਾਈ ਸਾਹਿਬ ਵੀ ਕਹਿੰਦੇ ਸਣੇ ਗੁਰੂਆਂ ਦੇ ਬਹੁਤ ਚੇਲੇ ਜਿਹੜੇ ਨੇ ਉਹ ਇਸ ਤਰ੍ਹਾਂ ਸੰਸਾਰ ਦੀ ਹਉਮੈ ਵਿੱਚ ਡੁੱਬ ਗਏ। ਗੁਰਮੁਖ ਕੋਏ ਨਾ ਦਿਸਈ ਢੂੰਡੇ ਤੀਰਥ ਜਾਤਰੀ ਮੇਲੇ। ਗਰੀਬ ਨਵਾਜ ਗੁਰੂ ਨਾਨਕ ਪਾਤਸ਼ਾਹ ਜੀ ਨੇ ਤੀਰਥਾਂ ਤੇ ਮੇਲਿਆਂ ਤੇ ਜਾ ਕਰ ਕੇ ਉਹਨਾਂ ਯਾਤਰੀਆਂ ਨੂੰ ਵੇਖਿਆ, ਉੱਥੇ ਆਉਣ ਵਾਲੇ ਕੁੰਭ ਮੇਲੇ ਤੇ ਲੱਖਾਂ ਦੀ ਗਿਣਤੀ ਵਿੱਚ ਪਹੁੰਚਣ ਵਾਲੇ ਲੋਕਾਂ ਨੂੰ ਵੇਖਿਆ, ਹਰਿਦੁਆਰ ਆਉਣ ਵਾਲੇ ਲੱਖਾਂ ਲੋਕਾਂ ਨੂੰ ਵੇਖਿਆ, ਜਗਨਨਾਥਪੁਰੀ 'ਚ ਲੱਖਾਂ ਲੋਕਾਂ ਨੂੰ ਵੇਖਿਆ। ਪਰ ਕੀ ਦੇਖਿਆ ਗੁਰੂ ਨਾਨਕ ਪਾਤਸ਼ਾਹ ਨੇ? ਢੂੰਡੇ ਤੀਰਥ ਜਾਤਰੀ ਮੇਲੇ। ਮੇਲਿਆਂ ਤੇ ਗਏ, ਯਾਤਰੀ ਵੀ ਲੱਭੇ, ਤੀਰਥਾਂ ਨੂੰ ਵੀ ਲੱਭ ਕੇ ਗੁਰੂ ਨਾਨਕ ਪਾਤਸ਼ਾਹ ਗਏ ਉਹਨਾਂ ਤੀਰਥਾਂ ਤੇ, ਪਰ ਗੁਰਮੁਖ ਕੋਏ ਨਾ ਦਿਸਈ। ਸਭ ਲੋਕ ਕਰਮਕਾਂਡ ਕਰਦੇ ਪਏ ਨੇ, ਕੋਈ ਚੁੱਭੀਆਂ ਮਾਰੀ ਜਾ ਰਿਹਾ, ਕੋਈ ਕਰਮਕਾਂਡ ਕਰੀ ਜਾ ਰਿਹਾ, ਕੋਈ ਮੁੰਡਨ ਕਰਵਾਈ ਜਾ ਰਿਹਾ, ਕੋਈ ਯੱਗ ਕਰਵਾਈ ਜਾ ਰਿਹਾ, ਪਰ ਪ੍ਰੇਮਾ ਭਗਤੀ ਜਿਹੜੀ ਸੀ ਉਹ ਕਿਸੇ ਦੇ ਅੰਦਰ ਵੀ ਨਹੀਂ ਹੈ। ਗੁਰੂ ਨੂੰ, ਅਕਾਲ ਪੁਰਖ ਨੂੰ ਜੀਵਨ ਦਾ ਮੁਖੀ ਰੱਖ ਕੇ ਤੁਰਨ ਵਾਲਾ ਜਿਹੜਾ ਸੀ, ਗੁਰੂ ਵੱਲ ਮੁੱਖ ਕਰਕੇ ਤੁਰਨ ਵਾਲਾ ਜਿਹੜਾ ਸੀ, ਉਹ ਕੋਈ ਵੀ ਗੁਰੂ ਨਾਨਕ ਪਾਤਸ਼ਾਹ ਨੂੰ ਨਹੀਂ ਮਿਲਿਆ। ਡਿਠੇ ਹਿੰਦੂ ਤੁਰਕ ਸਭ ਪੀਰ ਪੈਗੰਬਰ ਕੌਮ ਕਤੇਲੇ। ਗੁਰੂ ਨਾਨਕ ਪਾਤਸ਼ਾਹ ਨੇ ਦੇਖਿਆ, ਡਿਠੇ ਹਿੰਦੂ ਤੁਰਕ ਸਭ, ਹਿੰਦੂਆਂ ਦੇ ਤੀਰਥ ਵੀ ਵੇਖੇ, ਤੁਰਕਾਂ ਦੇ ਵੀ ਵੇਖੇ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਮੱਕੇ ਮਦੀਨੇ ਬਗਦਾਦ ਵੀ ਗਏ ਨੇ, ਸਾਰਿਆਂ ਨੂੰ ਵੇਖਿਆ। ਪੀਰ ਪੈਗੰਬਰ
ਉਹਨਾਂ ਦੇ ਪੀਰ ਵੀ ਵੇਖੇ, ਉਹਨਾਂ ਦੇ ਪੈਗੰਬਰ ਵੀ ਵੇਖੇ, ਤੁਰਕ ਵੀ ਵੇਖੇ, ਕੌਮ ਕਤੇਲੇ। ਪਰ ਕੌਮ ਦੇ ਕਤੇਲੇ ਦਾ ਭਾਵ ਕੌਮ ਦੇ ਕਾਤਲ ਹੈ। ਕੌਮ ਦੇ ਕਾਤਲ ਵੀ ਇੱਥੇ ਕਤੇਲੇ ਦਾ ਅਰਥ ਕੌਮ ਦੇ ਕਾਤਲ ਵੀ ਆਪਾਂ ਕਰ ਸਕਦੇ ਹਾਂ। ਭਾਵ ਉਹ ਲੋਕ ਵੀ ਵੇਖੇ ਜਿਹੜੇ ਤਲਵਾਰ ਦੇ ਜ਼ੋਰ ਨਾਲ ਧਰਮ ਚਲਾਉਂਦੇ ਸੀ, ਕਿਉਂਕਿ ਇਸ ਧਰਤੀ 'ਤੇ ਬੜੇ ਮਜ਼ਹਬ ਸਨ। ਹਿੰਦੂ ਮੁਸਲਮਾਨ ਮੁੱਖ ਰੂਪ ਦੇ ਵਿੱਚ ਸਨ। ਅੱਜ ਵੀ ਅਸੀਂ ਦੇਖ ਸਕਦੇ ਹਾਂ ਕੁਝ ਐਸੇ ਫਿਰਕਾ ਪ੍ਰਸਤ ਲੋਕ ਨੇ ਜਿਹੜੇ ਤਲਵਾਰ ਦੇ ਜ਼ੋਰ ਦੇ ਨਾਲ ਦੂਜੀਆਂ ਕੌਮਾਂ ਨੂੰ ਆਪਣੇ ਮਜ਼ਹਬ ਵਿੱਚ ਲਿਆਉਂਦੇ ਨੇ। ਸੋ ਉਹਨਾਂ ਨੂੰ ਅਸੀਂ ਕਤੇਲੇ ਧਰਮ ਵੀ ਕਹਿ ਸਕਦੇ ਹਾਂ। ਜਿਸ ਤਰ੍ਹਾਂ ਭਾਈ ਸਾਹਿਬ ਨੇ ਜ਼ਿਕਰ ਕੀਤਾ, ਉਹ ਰਸਮੋ ਰਵਾਇਤਾਂ ਜਿਹੜੀਆਂ ਤਲਵਾਰ ਦੇ ਜ਼ੋਰ ਦੇ ਉੱਤੇ ਤੁਰਦੀਆਂ ਹਨ। ਗੁਰੂ ਨਾਨਕ ਪਾਤਸ਼ਾਹ ਨੇ ਸਾਰੇ ਲੋਕਾਂ ਨੂੰ ਵੇਖਿਆ, ਪਰ ਅਖੀਰ ਅੰਧੇ ਖੂਹੇ ਠੇਲੇ। ਭਾਈ ਸਾਹਿਬ ਜ਼ਿਕਰ ਕਰਦੇ ਇਸ 26ਵੀਂ ਪੌੜੀ ਵਿੱਚ ਗੁਰੂ ਨਾਨਕ ਬਾਬੇ ਨੇ ਕੀ ਦੇਖਿਆ ਕਿ ਅੰਨੇ ਹਨ ਤੇ ਅੰਨਿਆਂ ਨੂੰ ਖੂਹ ਦੇ ਵਿੱਚ ਸੁੱਟੀ ਜਾ ਰਹੇ ਨੇ। ਭਾਵ ਗੁਰੂ ਆਪ ਵੀ ਅੰਨੇ ਹੋਏ ਨੇ ਅਗਿਆਨਤਾ ਦੇ ਵਿੱਚ, ਤੇ ਜਿਹੜੇ ਉਹਨਾਂ ਕੋਲ ਆਉਂਦੇ ਨੇ ਉਹਨਾਂ ਨੂੰ ਵੀ ਖੂਹ ਦੇ ਵਿੱਚ ਸੁੱਟੀ ਜਾਂਦੇ ਪਏ ਨੇ, ਸੰਸਾਰ ਰੂਪੀ ਖੂਹ ਦੇ ਵਿੱਚ। ਹੁਣ ਜਿਹੜਾ ਆਪ ਅੰਨਾ ਹੈ ਉਹ ਦੂਜੇ ਨੂੰ ਕਿਵੇਂ ਬਚਾ ਲਵੇਗਾ? ਸੋ ਜਦੋਂ ਸਾਹਿਬ ਬਾਣੀ ਅੰਦਰ ਬਚਨ ਕਹਿੰਦੇ, ਅੰਧੇ ਕਹਿ ਰਾਹੇ ਦੱਸੇ ਹੈ, ਅੰਧਾ ਹੋਏ ਸੋ ਜਾਏ, ਹੋਏ ਸੋ ਜਾਖਾ ਨਾਨਕਾ, ਸੋ ਕਿਉਂ ਉਜੜ ਪਾਏ। ਕਿ ਅੰਨੇ ਮਨੁੱਖ ਦੇ ਦੱਸੇ ਹੋਏ ਰਾਹ ਦੇ ਉੱਤੇ ਉਹੀ ਤੁਰੇਗਾ ਜਿਹੜਾ ਅੰਨਾ ਹੋਏਗਾ। ਜਿਹਨੂੰ ਦਿਸਦਾ ਹੋਏਗਾ ਉਹ ਕਿਉਂ ਤੁਰੇਗਾ ਉਹਦੇ ਰਾਹ 'ਤੇ। ਸੋ ਇਸ ਤਰ੍ਹਾਂ ਅਗਿਆਨੀ ਗੁਰੂ ਸਨ ਅਤੇ ਮਗਰ ਤੁਰਨ ਵਾਲੇ ਉਸ ਤੋਂ ਵੱਡੇ ਅਗਿਆਨੀ ਮਹਾਂਮੂਰਖ ਸਨ, ਜਿਹੜੇ ਉਹਨਾਂ ਦੇ ਮਗਰ ਤੁਰ ਪਏ ਅਤੇ ਉਹ ਗੁਰੂ ਆਪ ਵੀ ਡੁੱਬ ਗਏ ਅਤੇ ਆਪਣੇ ਮਗਰ ਤੁਰਨ ਵਾਲਿਆਂ ਨੂੰ ਵੀ ਖੂਹ ਵਿੱਚ ਸੁੱਟ ਕੇ ਰੱਖ ਦਿੱਤਾ। ਸੋ ਇਸ ਪੌੜੀ ਦੇ ਅੰਦਰ ਕਹਿਣ ਦਾ ਭਾਵ ਇਹੀ ਹੈ ਕਿ ਸੰਸਾਰ ਦੇ ਹਾਲਤ ਜਿਹੜੇ ਸਨ, ਗੁਰੂ ਨਾਨਕ ਪਾਤਸ਼ਾਹ ਜੀ ਨੇ ਚੱਲ ਫਿਰ ਕੇ ਉਦਾਸੀਆਂ ਕਰਕੇ ਵੇਖਿਆ ਕਿ ਹਰ ਇੱਕ ਆਗੂ ਜਿਹੜਾ ਧਰਮ ਦਾ, ਭਾਵੇਂ ਇਸਲਾਮ ਹੈ ਭਾਵੇਂ ਹਿੰਦੂ ਹੈ, ਉਹ ਸਾਰੇ ਹਉਮੈ ਵਿੱਚ ਫਸੇ ਨੇ। ਚੇਲੇ ਵੀ ਦੁਖੀ ਨੇ ਅਤੇ ਚੇਲੇ ਜਿਨ੍ਹਾਂ ਦੇ ਮਗਰ ਲੱਗੇ ਹੋਏ ਨੇ ਉਹ ਗੁਰੂ ਵੀ ਚੰਗੀ ਤਰ੍ਹਾਂ ਦੁਖੀ ਹਨ। ਵਿਹਾਰ ਜਾਂ ਹੰਕਾਰ ਜਿਹੜਾ ਹੈ ਉਹਦਾ ਬਸ ਸਾਰੇ ਪਾਸੇ ਧੋਖਾ, ਠੱਗੀ, ਵਿਵਹਾਰ, ਵਿਕਾਰ ਆਦਿਕ ਦਾ ਤੋਰਾ ਜਿਹੜਾ ਉਹ ਤੁਰਦਾ ਪਿਆ ਹੈ। ਜਿਹਨੂੰ ਭਗਤ ਕਬੀਰ ਜੀ ਬਚਨ ਕਹਿੰਦੇ, ਕਬੀਰ ਅਵਰਹ ਕਉ ਉਪਦੇਸ ਤੇ, ਮੁਖ ਮੈਂ ਪਰ ਹੈ ਰੇਤ, ਰਾਸ ਬੇਰਾਨੀ ਰਾਖਤੇ, ਖਾਇਆ ਘਰ ਕਾ ਖੇਤ। ਉਹ ਗੁਰੂਆਂ ਦੀ ਹਾਲਤ ਸੀ ਜਿਹੜੇ ਦੂਜਿਆਂ ਦੀਆਂ ਖੇਤਾਂ ਨੂੰ ਵਾੜਾਂ ਕਰਦੇ ਪਏ ਸੀ, ਆਪਣੇ ਖੇਤ ਜਿਹੜੇ ਸਨ ਉਜੜੇ ਪਏ ਸਨ। ਸੋ ਇਸ ਤਰ੍ਹਾਂ ਤੀਰਥਾਂ ਦਾ ਹਾਲਤ ਕੀ ਸੀਗਾ, ਜਿਹਨੂੰ ਬਾਣੀ ਅੰਦਰ ਆਪਾਂ ਬਚਨ ਪੜ੍ਹਦੇ, ਤੀਰਥ ਜਾਓ ਤਾਂ ਹਉ ਹਉ ਕਰਤੇ, ਪੰਡਿਤ ਪੁੱਛੋ ਤਾਂ ਮਾਇਆ ਰਾਤੇ। ਤੀਰਥਾਂ 'ਤੇ ਜਾਓ ਤਾਂ ਬਸ ਉੱਥੇ ਹਉਮੈ ਹਉਮੈ, ਇਸ ਤੋਂ ਬਿਨਾਂ ਹਰ ਇੱਕ ਬੰਦਾ ਮੈਂ ਕਰਦਾ ਪਿਆ। ਜੇ ਪੰਡਤਾਂ ਨੂੰ ਕੋਈ ਗੱਲ ਧਰਮ ਦੀ ਪੁੱਛ ਲਓ, ਉਹ ਮਾਇਆ ਦੇ ਵਿੱਚ ਰੱਤੇ ਪਏ ਨੇ। ਸਾਨੂੰ ਪਹਿਲਾਂ ਇੰਨੀ ਭੇਟਾ ਦਿਓ, ਸਾਨੂੰ ਇੰਨੀ ਮਾਇਆ ਦਿਓ। ਮਾਇਆ ਤੋਂ ਬਿਨਾਂ ਉਹ ਬੰਦੇ ਨੂੰ ਵੇਖਣਾ ਪ੍ਰਵਾਨ ਨਹੀਂ ਕਰਦੇ ਸੀ। ਸੋ ਅਸਥਾਨ ਬਤਾਵੋ ਮੀਤਾ, ਜਾ ਕੇ ਹਰ ਹਰ ਕੀਰਤਨ ਨੀਤਾ। ਸੋ ਇਸ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਆਸਾ ਰਾਗ 'ਚ ਬਚਨ ਕਹਿੰਦੇ ਨੇ, ਸੋ ਅਸਥਾਨ ਬਤਾਵੋ ਮੀਤਾ, ਐ ਮਿੱਤਰਾ ਉਹ ਜਗ੍ਹਾ ਦੱਸ ਜਾਂ ਕਿ ਹਰ ਹਰ ਕੀਰਤਨ ਨੀਤਾ, ਜਿੱਥੇ ਰੋਜ਼ ਹਰੀ ਦਾ ਅਕਾਲ ਪੁਰਖ ਦਾ ਕੀਰਤਨ ਹੋਵੇ। ਸੋ ਇਸ ਤਰ੍ਹਾਂ 26ਵੀਂ ਪੌੜੀ ਦੇ ਵਿੱਚ ਦੱਸਿਆ ਕਿ 27ਵੀਂ ਪੌੜੀ ਵਿੱਚ ਫਿਰ ਜ਼ਿਕਰ ਕਰਦੇ ਨੇ, ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਧੰਨ ਗੁਰੂ ਨਾਨਕ ਗੁਰੂ ਬਾਬਾ ਜ਼ਾਹਰ ਪੀਰ ਜਗਤ ਗੁਰੂ ਬਾਬਾ ਗੁਰੂ ਨਾਨਕ ਸਤਿਗੁਰੂ ਨਾਨਕ ਪ੍ਰਗਟਿਆ। ਇੱਕ ਤੇ 1469 ਨੂੰ ਰਾਏ ਭੋਏ ਦੀ ਪਾਵਨ ਤਲਵੰਡੀ ਤੇ ਮਾਂ ਤ੍ਰਿਪਤਾ ਦੀ ਕੁੱਖ ਦੇ ਵਿੱਚੋਂ ਗੁਰੂ ਨਾਨਕ ਪ੍ਰਗਟ ਹੋਏ। ਉਸ ਤੋਂ ਬਾਅਦ ਫਿਰ ਸੰਸਾਰ ਦੇ ਵਿੱਚ ਜਦੋਂ ਪ੍ਰਗਟ ਹੋਏ, ਕਿਉਂਕਿ ਇੱਕ ਦਫਾ ਤੇ ਮਾਤਾ ਦੀ ਕੁੱਖ ਦੇ ਵਿੱਚੋਂ ਜਦੋਂ ਪ੍ਰਗਟ ਹੋਏ ਨੇ, ਦਾਈ ਦੌਲਤਾਂ ਨੂੰ ਦਰਸ਼ਨ ਦਿੱਤੇ ਨੇ, ਪਿਤਾ ਨੂੰ ਦਰਸ਼ਨ ਦਿੱਤੇ ਨੇ, ਹੋਰ ਜਗਿਆਸੂਆਂ ਨੂੰ ਤਾਰਿਆ। ਫਿਰ ਸੰਸਾਰ ਦੇ ਵਿੱਚ ਜਦੋਂ ਵਿਚਰੇ, ਜਿਵੇਂ ਹੁਣ ਇੱਕ ਬੰਦਾ ਆਪਣੇ ਕੋਲ ਆਵੇ ਜਾਂ ਆਪਾਂ ਕਿਸੇ ਕੋਲ ਜਾਏ, ਆਪਾਂ ਕਹਿੰਦੇ ਪ੍ਰਗਟ ਹੋਇਆ ਇੱਕਦਮ ਪਤਾ ਨਹੀਂ ਕਿੱਧਰੋਂ। ਸੋ ਸੰਸਾਰ ਨੇ ਹਾਲੇ ਤੱਕ ਬਹੁਤੇ ਲੋਕਾਂ ਨੇ ਗੁਰੂ ਨਾਨਕ ਦੇ ਦੀਦਾਰ ਨਹੀਂ ਸੀ ਕੀਤੇ। ਸਮੇਰੂ ਪਰਬਤ 'ਤੇ ਬੈਠੇ ਸਿੱਧਾਂ ਨੇ, ਹਾਜੀਆਂ ਨੇ, ਹੋਰ ਤੀਰਥ ਯਾਤਰੀਆਂ ਨੇ। ਸੋ ਇਸ ਤਰ੍ਹਾਂ ਜਦੋਂ ਗੁਰੂ ਨਾਨਕ ਪਾਤਸ਼ਾਹ ਫਿਰ ਵਿਚਰੇ, ਉਦਾਸੀਆਂ 'ਤੇ ਤੁਰੇ, ਪ੍ਰਗਟ ਹੋਏ ਗੁਰੂ ਨਾਨਕ ਪਾਤਸ਼ਾਹ ਜਗਤ ਜਲੰਦੇ ਦੇ ਵਿੱਚ, ਤਾਂ ਮਿੱਟੀ ਧੁੰਦ ਜਗ ਚਾਨਣ ਹੋਆ। ਸੰਸਾਰ ਦੇ ਵਿੱਚੋਂ ਜਿਹੜਾ ਚਿੱਟਾ ਹਨੇਰਾ ਸੀ ਨਾ, ਉਹ ਮਿਟ ਗਿਆ। ਕਿਉਂਕਿ ਧੁੰਦ ਦੀ ਦਲੀਲ ਭਾਈ ਸਾਹਿਬ ਨੇ ਤਾਂ ਦਿੱਤੀ ਹੈ, ਜਿਹੜਾ ਕਾਲਾ ਹਨੇਰਾ ਹੈ ਜੋ ਰਾਤ ਨੂੰ ਪਸਰਦਾ ਹੈ, ਉਹ ਤੇ
ਆਪਾਂ ਲਾਈਟ ਬਾਲਦੇ ਹਾਂ, ਖਤਮ ਹੋ ਜਾਂਦਾ ਹੈ। ਪਹਿਲੇ ਸਮਿਆਂ 'ਚ ਲੋਕ ਛੋਟਾ ਜਿਹਾ ਦੀਵਾ ਬਾਲਦੇ ਸੀ, ਹਨੇਰਾ ਬੁੱਝ ਖਤਮ ਹੋ ਜਾਂਦਾ ਸੀ। ਦੀਵਾ ਵੀ ਬਹੁਤ ਵੱਡੀ ਚੀਜ਼ ਹੈ, ਤੁਸੀਂ ਮਾਚਿਸ ਦੀ ਤੀਲੀ ਲੈ ਕੇ ਜਗਾ ਦਿਓ, ਉਹਦੇ ਨਾਲ ਵੀ ਕਮਰੇ ਦਾ ਹਨੇਰਾ ਜਿਹੜਾ ਕਾਫੀ ਹੱਦ ਤੱਕ ਮੁੱਕ ਜਾਂਦਾ ਹੈ। ਪਰ ਜਿਹੜਾ ਧੁੰਦ ਦਾ ਚਿੱਟਾ ਹਨੇਰਾ ਹੈ, ਉਹ ਸਿਆਲਾਂ ਦੇ ਵਿੱਚ ਆਪਾਂ ਦੇਖਦੇ ਹਾਂ, ਜੇ ਕਿਤੇ ਅੱਗ ਦੇ ਸੇਕ ਨਾਲ ਬੁੱਝਦਾ ਹੋਵੇ ਤੇ ਸਿਆਲਾਂ ਦੇ ਵਿੱਚ ਬੜੇ ਲੋਕ ਜਿਹੜੇ ਨੇ ਅੱਗ ਸੇਕ ਰਹੇ ਹੁੰਦੇ ਨੇ। ਕੋਈ ਸੜਕ ਤੇ ਅੱਗ ਬਾਲੀ ਬੈਠਾ ਹੈ, ਕੋਈ ਘਰ ਦੇ ਵਿੱਚ ਅੱਗ ਬਾਲ ਕੇ ਸੇਕ ਰਿਹਾ, ਕੋਈ ਕਿਤੇ ਦੁਕਾਨਾਂ ਵਾਲੇ ਬਾਲ ਕੇ ਬੈਠੇ। ਇੰਨੀ ਅੱਗ ਬਲ ਰਹੀ ਹੁੰਦੀ ਥਾਂ ਥਾਂ ਤੇ, ਫਿਰ ਸ਼ਾਇਦ ਉਸ ਅੱਗ ਨਾਲ ਹੀ ਉਹ ਹਨੇਰਾ ਖਤਮ ਹੋ ਜਾਣਾ ਚਾਹੀਦਾ। ਪਰ ਚਿੱਟੇ ਧੁੰਦ ਦੇ ਹਨੇਰੇ ਨੂੰ ਕੇਵਲ ਸੂਰਜ ਚੜ੍ਹੇ ਤਾਂ ਹੀ ਉਹ ਖਤਮ ਹੁੰਦਾ, ਵੈਸੇ ਉਹ ਨਹੀਂ ਖਤਮ ਹੁੰਦਾ। ਇਸ ਤਰ੍ਹਾਂ ਦਾ ਅੰਧਕਾਰ ਸੀ ਸੰਸਾਰ ਦੇ ਉੱਤੇ, ਜਿਹੜਾ ਛੋਟੀਆਂ ਦਲੀਲਾਂ ਦੇ ਨਾਲ, ਕੋਈ ਧਰਮ ਗ੍ਰੰਥਾਂ ਦੇ ਕੇਵਲ ਉਪਦੇਸ਼ ਕਰ ਲੈਣ ਦੇ ਨਾਲ, ਜਾਂ ਕੇਵਲ ਸੰਸਾਰ ਨੂੰ ਸਿੱਧਾ ਪੱਧਰਾ ਜਾਂ ਸਮਝਾ ਦੇਣ ਦੇ ਨਾਲ ਇਹ ਖਤਮ ਨਹੀਂ ਸੀ ਹੁੰਦਾ। ਸੋ ਇਸ ਤਰ੍ਹਾਂ ਸਤਿਗੁਰੂ ਨਾਨਕ, ਗੁਰੂ ਨਾਨਕ ਬਾਬਾ ਪ੍ਰਗਟ ਹੋਏ, ਜਿਵੇਂ ਸੂਰਜ ਦੀ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਪ੍ਰਗਟੇ, ਮਿਟੀ ਧੁੰਦ ਜਗ ਚਾਨਣ ਹੋਆ। ਸਾਰੇ ਸੰਸਾਰ ਦੇ ਉੱਤੇ ਗਿਆਨ ਦਾ ਚਾਨਣ ਹੋ ਗਿਆ। ਕਿਸ ਤਰ੍ਹਾਂ ਹੋਇਆ? ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਸੋ ਜਿਵੇਂ ਸੂਰਜ ਨਿਕਲਦਾ, ਸੂਰਜ ਦੇ ਨਿਕਲਣ ਸਾਰ ਹੀ ਤਾਰੇ ਆਪਣੇ ਆਪ ਛੁਪ ਜਾਂਦੇ ਨੇ। ਕੁਝ ਥਾਵਾਂ ਦੇ ਉੱਤੇ ਪਾਠ ਤਾਰੇ ਛਪ ਹੈ, ਕੁਝ ਥਾਵਾਂ 'ਤੇ ਪਾਠ ਜਿਹੜਾ ਉਹ ਤਾਰੇ ਛਪੇ ਵੀ ਹੈ। ਸੋ ਇਸ ਪਾਵਨ ਪੋਥੀ ਦੇ ਅੰਦਰ ਪਾਠ ਜਿਹੜਾ ਤਾਰੇ ਛਪੇ ਹਨ। ਹੋਰ ਕਈ ਪੋਥੀਆਂ ਦੇ ਵਿੱਚ ਅਲੱਗ-ਅਲੱਗ ਰਚਨਾਵਾਂ ਜਦੋਂ ਪੜ੍ਹਦੇ ਹਾਂ, ਤਾਰੇ ਛਪ ਵੀ ਪਾਠ ਹੈ। ਸੋ ਤਾਰੇ ਛਪੇ ਅੰਧੇਰ ਪਲੋਆ, ਜਿਵੇਂ ਸੂਰਜ ਨਿਕਲਦਾ, ਸੂਰਜ ਦੇ ਚੜ੍ਹਨ ਦੇ ਨਾਲ ਤਾਰੇ ਆਪਣੇ ਆਪ ਛੁਪ ਜਾਂਦੇ ਨੇ ਅਤੇ ਅੰਧੇਰਾ ਜਿਹੜਾ ਹੈ ਉਹ ਸਾਰੇ ਪਾਸਿਓਂ ਖਤਮ ਹੋ ਜਾਂਦਾ। ਪਲੋਆ ਦਾ ਭਾਵ ਹੁੰਦਾ ਹੈ ਅੰਧੇਰਾ ਜਿਹੜਾ ਉਹ ਦੌੜ ਜਾਂਦਾ ਹੈ, ਨੱਸ ਜਾਂਦਾ ਹੈ, ਉਹ ਚਾਨਣ ਦੇ ਅੱਗੇ ਖੜਦਾ ਨਹੀਂ। ਕਿਉਂਕਿ ਯੁੱਗਾਂ ਪ੍ਰਯੁੱਗਾਂ ਤੋਂ ਚਾਨਣ ਅਤੇ ਹਨੇਰੇ ਦਾ ਅੱਜ ਤੱਕ ਮਿਲਾਪ ਨਹੀਂ ਹੋਇਆ ਅਤੇ ਨਾ ਹੀ ਕਦੀ ਹੋਵੇਗਾ। ਜਦੋਂ ਹਨੇਰਾ ਆਏਗਾ ਚਾਨਣ ਦੌੜ ਜਾਂਦਾ, ਜਦੋਂ ਚਾਨਣ ਆਉਂਦਾ ਹਨੇਰਾ ਦੌੜ ਜਾਂਦਾ ਹੈ। ਇਹ ਕਦੀ ਆਪਸ 'ਚ ਜਿਵੇਂ ਕਹਿ ਲਓ ਇੱਕ ਦੂਜੇ ਦਾ ਮੂੰਹ ਤੱਕ ਨਹੀਂ ਵੇਂਦੇ ਹਨ। ਸੋ ਇਸ ਤਰ੍ਹਾਂ ਹਨੇਰਾ ਜਿਹੜਾ ਸੀ, ਜਿਵੇਂ ਸੂਰਜ ਚੜ੍ਹਨ ਨਾਲ ਪਲੋਆ ਨੱਸ ਜਾਂਦਾ, ਗੁਰੂ ਨਾਨਕ ਬਾਬੇ ਦੇ ਆਉਣ ਨਾਲ ਇਹ ਚਿੱਟਾ ਹਨੇਰਾ ਜਿਹੜਾ ਸੀ ਇਹ ਖਤਮ ਹੋ ਗਿਆ। ਸਿੰਘ ਬੁੱਕੇ ਮਿਰਗਾਵਲੀ, ਭੰਨੀ ਜਾਏ ਨਾ ਧੀਰ ਧਰੋਆ। ਜਿਸ ਤਰ੍ਹਾਂ ਸਿੰਘ ਬੁੱਕੇ, ਸ਼ੇਰ ਬੁੱਕਦਾ ਹੈ, ਸ਼ੇਰ ਗਰਜਦਾ ਹੈ, ਤਾਂ ਮ੍ਰਿਗਾਵਲੀ ਭੰਨੀ ਜਾਏ। ਜਿਹੜੀ ਮ੍ਰਿਗਾਂ ਦੀ ਆਵਲੀ ਪੰਕਤੀ, ਜੰਗਲਾਂ ਦੇ ਵਿੱਚ ਹਿਰਨ ਜਦੋਂ ਵੀ ਦੌੜਦੇ ਨੇ ਪੰਕਤੀਆਂ ਡਾਰਾਂ ਬੰਨ੍ਹ ਕੇ ਚੱਲਦੇ ਨੇ, ਇਕੱਲਾ ਹਿਰਨ ਬਹੁਤ ਘੱਟ ਵਿਚਰਦਾ। ਜਦੋਂ ਸ਼ੇਰ ਦੀ ਗਰਜ ਪੈਂਦੀ, ਹੁਣ ਸ਼ੇਰ ਇੱਕ ਹੈ, ਹਿਰਨ ਕਈ ਵਾਰ ਡਾਰਾਂ ਦੇ ਵਿੱਚ 20 40 50 60 ਹਿਰਨ ਵੀ ਇੱਕ ਡਾਰ ਦੇ ਵਿੱਚ ਹੁੰਦੇ ਨੇ, ਇੱਕ ਪੰਕਤੀ ਵਿੱਚ ਤੁਰ ਰਹੇ ਹੁੰਦੇ ਨੇ। ਪਰ ਜਿਵੇਂ ਇਕੱਲਾ ਸ਼ੇਰ ਗਰਜਦਾ, ਉਹ ਸਾਰੀ ਮ੍ਰਿਗਾਂ ਦੀ ਆਵਲੀ ਜਿਹੜੀ ਭੰਨੀ ਜਾਏ, ਟੁੱਟ ਜਾਂਦੀ ਹੈ। ਪਹਿਲਾਂ ਐਨ ਝੁੰਡ ਬਣਾ ਕੇ ਤੁਰਦੇ ਹੁੰਦੇ, ਫਿਰ ਪਤਾ ਨਹੀਂ ਹੁੰਦਾ ਪੂਰਬ ਨੂੰ ਕਿਹੜਾ ਦੌੜਿਆ, ਪੱਛਮ ਨੂੰ ਕਿਹੜਾ ਦੌੜਿਆ। ਉਹ ਇੱਕ ਦੂਜੇ ਵੱਲ ਵੇਂਦੇ ਨਹੀਂ ਕਿਹੜਾ ਕਿੱਧਰ ਨੂੰ ਦੌੜ ਪਿਆ। ਜਿੱਧਰ ਨੂੰ ਕਿਸੇ ਦਾ ਮੂੰਹ ਹੋ ਜੇ ਉਹ ਭੱਜ ਉੱਠਦਾ। ਉਹ ਸਾਰੀ ਤਾਰ ਹੋ ਜਾਂਦੀ ਉਹਨਾਂ ਦੀ ਡਾਰ, ਜਿੰਦ ਕਹਿ ਲਓ ਉਹਨਾਂ ਦੀ ਪੰਕਤੀ, ਉਹਨਾਂ ਦਾ ਝੁੰਡ ਜਿਹੜਾ ਹੈ। ਸੋ ਇਸ ਲਈ ਭੰਨੀ ਜਾਏ ਨਾ ਧੀਰ ਧਰੋਆ। ਉਹ ਜਿਵੇਂ ਧੀਰਜ ਨਹੀਂ ਧਾਰਨ ਕਰਦੇ, ਉਹ ਜਿਵੇਂ ਠਹਿਰਦੇ ਨਹੀਂ, ਹੌਸਲਾ ਨਹੀਂ ਰੱਖਦੇ। ਗੁਰੂ ਨਾਨਕ ਗੁਰੂ ਬਾਬਾ ਜਦੋਂ ਸਿੰਘ ਰੂਪ ਦੇ ਅੰਦਰ ਗਰਜਿਆ ਮੇਰਾ ਗੁਰੂ ਨਾਨਕ, ਤਾਂ ਆਡੰਬੀ ਪਾਖੰਡੀ ਤੀਰਥਾਂ 'ਤੇ ਬੈਠੇ ਹੋਏ ਜਿਹੜੇ ਲੋਕ ਸਨ, ਜੋ ਧਰਮ ਦੀ ਲੁੱਟ ਕਰਨ ਵਾਲੇ ਲੋਕ ਸਨ, ਉਹਨਾਂ ਦੀ ਲੁੱਟ ਖਸੁੱਟ ਵਾਲੀ ਡਾਰ, ਕਿਉਂਕਿ ਉਹਨਾਂ ਦੇ ਅੱਗੇ ਤੋਂ ਅੱਗੇ ਕੰਟੈਕਟ ਬਣਾਏ, ਏਜੰਟ ਰੱਖੇ ਹੁੰਦੇ ਸਨ। ਅੱਜ ਵੀ ਤੀਰਥਾਂ 'ਤੇ ਜਾ ਕੇ ਵੇਖੀਏ, ਮਾफ़ ਕਰਿਓ, ਏਜੰਟ ਰੱਖੇ ਹੁੰਦੇ ਨੇ। ਆਓ ਜੀ, ਤੁਸੀਂ ਹਾਲੇ ਗੱਡੀ 'ਚੋਂ ਉਤਰਨਾ ਨਹੀਂ ਅਤੇ ਉਹ ਤੁਹਾਡੇ ਕੋਲ ਪਹਿਲਾਂ ਖੜ੍ਹੇ ਹੁੰਦੇ, ਜੀ ਪੂਜਾ ਕਰਾਉਣੀ ਹੈ ਜਾਂ ਤੁਸੀਂ ਕੋਈ ਹਵਨ ਕਰਵਾਉਣਾ, ਆਓ ਜੀ ਫਲਾਣੇ ਪੰਡਤ ਕੋਲ ਲੈ ਕੇ ਚੱਲਦੇ ਹਾਂ, ਆਓ ਮੰਦਿਰ ਦੇ ਵਿੱਚ ਤੁਹਾਨੂੰ VIP ਰਸਤੇ ਤੋਂ ਲੈ ਕੇ ਚੱਲਦੇ ਹਾਂ। ਸੋ ਇਸ ਤਰ੍ਹਾਂ ਗੁਰੂ ਨਾਨਕ ਬਾਬਾ ਜਦੋਂ ਗਰਜੇ, ਇਹ ਆਡੰਬ ਕਰਨ ਵਾਲੇ, ਪਾਖੰਡ ਕਰਨ ਵਾਲੇ ਜਿਹੜੇ ਲੋਕ ਸਨ, ਇਹ ਭੰਨੀ ਜਾਏ। ਇਹ ਸਾਰੇ ਇਹਨਾਂ ਦਾ ਗੁਰੂ ਨਾਨਕ ਮਹਾਰਾਜ ਅੱਗੇ ਠਹਿਰਨ ਦਾ, ਇਹਨਾਂ ਦਾ ਹੌਸਲਾ, ਇਹਨਾਂ ਦਾ ਹਿਆ ਨਹੀਂ ਪਿਆ। ਜਿੱਥੈ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਆ। ਸੋ ਭਾਈ ਇੰਝ ਸਮਝ ਲਓ, ਜਿੱਥੇ ਵੀ ਗੁਰੂ ਨਾਨਕ ਮਹਾਰਾਜ ਪਿਤਾ ਸਤਿਗੁਰੂ ਗੁਰੂ ਬਾਬੇ ਨੇ ਚਰਨ ਰੱਖੇ ਨੇ, ਜਿੱਥੈ ਜਾਏ ਬਹੈ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਗੁਰ ਸਿੱਖੀ ਸੋ ਥਾਨ ਭਾਲਿਆ।
ਲੈ ਧੂਰ ਮੁਖ ਲਾਵਾ। ਜਿੱਥੇ ਮੇਰੇ ਗੁਰੂ ਨਾਨਕ ਪਾਤਸ਼ਾਹ ਨੇ ਚਰਨ ਰੱਖੇ, ਗੁਰੂ ਕੇ ਸਿੱਖਾਂ ਨੇ ਉਥਾਨ ਲੱਭੇ ਤੇ ਲੱਭ ਕੇ ਆਪਾਂ ਨਿਸ਼ਾਵਰ ਕਰ ਦਿੱਤਾ। ਕੁਰਬਾਨ ਹੋ ਗਏ ਉਹਨਾਂ ਪਾਵਨ ਅਸਥਾਨਾਂ ਤੋਂ ਗੁਰੂ ਕੇ ਸਿੱਖ। ਸੋ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਚਰਨ ਧਰੇ ਨੇ, ਪੈਰ ਧਰੇ ਨੇ, ਪੂਜਾ ਆਸਣ ਥਾਪਣ ਸੋਆ, ਉੱਥੇ ਸਿੱਖਿਆ ਦਿੱਤੀ ਗੁਰੂ ਨਾਨਕ ਪਾਤਸ਼ਾਹ ਨੇ। ਉੱਥੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਸਣ ਟਿਕਿਆ। ਜਿਸ ਤਰ੍ਹਾਂ ਅਗਾਂਹ ਆਪਾਂ ਪੜ੍ਹਾਂਗੇ, ਜੇ ਮੱਕੇ ਗਏ ਤੇ ਉਹਨਾਂ ਨੇ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਧਰੀ ਨਿਸ਼ਾਨੀ ਕੌਸ ਦੀ ਮੱਕੇ ਅੰਦਰ ਪੂਜ ਕਰਾਈ। ਉਹ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਨਿਸ਼ਾਨੀ ਰੱਖ ਕੇ ਉਹਦੀ ਪੂਜਾ ਕਰਨ ਲੱਗ ਪਏ। ਬੇਸ਼ੱਕ ਗੁਰੂ ਨਾਨਕ ਪਾਤਸ਼ਾਹ ਆਪਣੀ ਪੂਜਾ ਨਹੀਂ ਕਰਾਉਣੀ ਚਾਹੁੰਦੇ, ਪਰ ਸੱਚਾਈ ਇਹ ਸੀ ਜਿਨ੍ਹਾਂ ਨੂੰ ਰੱਬ ਮਿਲ ਗਿਆ ਹੋਵੇ ਉਹ ਕਦੀ ਛੱਡਣਗੇ। ਸੋ ਗੁਰੂ ਨਾਨਕ ਪਾਤਸ਼ਾਹ ਤੋਂ ਹੱਥ ਜੋੜ ਜੋੜ ਕੇ ਗੁਰੂ ਨਾਨਕ ਦੀਆਂ ਨਿਸ਼ਾਨੀਆਂ ਮੰਗਦੇ ਸੀ। ਸੋ ਇਸ ਤਰ੍ਹਾਂ ਗੁਰੂ ਨਾਨਕ ਮਹਾਰਾਜ ਨੇ ਜਿੱਥੇ ਵੀ ਪੈਰ ਧਰਿਆ ਹੈ, ਉਹ ਸਾਰੀਆਂ ਥਾਵਾਂ ਜਿਹੜੀਆਂ ਪੂਜਣਯੋਗ ਉਹ ਅਸਥਾਨ ਜਿਹੜੇ ਉਹਨਾਂ ਦੀ ਮਾਨਤਾ ਹੋ ਗਈ ਹੈ। ਸਿੱਧ ਆਸਣ ਸਭ ਜਗਤ ਦੇ, ਨਾਨਕ ਆਦ ਮੱਤੇ ਜੇ ਕੋਆ। ਬਾ ਦਲੀਲ ਜਿਵੇਂ ਅਸੀਂ ਕਹੀਏ ਕਿ ਸਿੱਧ ਆਸਣ, ਜਿੱਥੇ ਸਿੱਧਾਂ ਦੇ ਵੱਡੇ ਵੱਡੇ ਅਸਥਾਨ ਸਨ, ਜਿਨ੍ਹਾਂ ਦੇ ਵਿੱਚ ਸਾਰਿਆਂ ਤੋਂ ਵੱਡਾ ਗੋਰਖ ਮਤਾ ਸੀ। ਫਿਰ ਹੋਰ ਜਦੋਂ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਹੋਰ ਵੀ ਦੀਦਾਰ ਕਰਦੇ ਹਾਂ, ਜਿੱਥੇ ਸਿੱਧਾਂ ਦੇ ਨਾਲ ਚਰਚਾ ਹੁੰਦੀਆਂ ਨੇ, ਗੋਰਖ ਮੱਤੇ ਦਾ ਅਸਥਾਨ ਹੈ, ਹੋਰ ਪੰਥ ਦੇ ਵਿੱਚ ਅਸਥਾਨ ਨੇ। ਸੋ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਨਾਨਕ ਆਦ ਮੱਤੇ ਜੇ ਕੋਆ, ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਗਏ, ਉਹ ਸਿੱਧਾਂ ਦੇ ਆਸਣ ਸਾਰੇ ਜਗਤ ਵਿੱਚ ਜਿਹੜੇ ਸਨ ਉਹ ਗੋਰਖਨਾਥ ਤੋਂ ਨਾਨਕ ਮੱਤਾ ਹੋ ਗਿਆ, ਗੋਰਖ ਮੱਤੇ ਤੋਂ ਨਾਨਕ ਮੱਤਾ ਹੋ ਗਿਆ। ਆਦ ਸਾਰਿਆਂ ਤੋਂ ਪਹਿਲਾਂ ਇਹ ਸੀ। ਜੇ ਕੋਆ, ਇਹਦੇ ਨਾਲ ਹੋਰ ਵੀ ਜਿਤਨੇ ਥਾਂ ਸਨ, ਜਿਤਨੇ ਸਿੱਧਾਂ ਨਾਲ ਜੁੜਦੇ ਸਨ, ਜਿੱਥੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਗਏ, ਉਹ ਸਾਰੀਆਂ ਥਾਵਾਂ ਦੇ ਨਾਂ ਜਿਹੜੇ ਸੀ ਬਦਲ ਕੇ ਗੁਰੂ ਨਾਨਕ ਪਾਤਸ਼ਾਹ ਦੇ ਨਾਂ ਦੇ ਉੱਤੇ ਹੋ ਗਏ। ਅੱਗੇ ਜ਼ਿਕਰ ਕਰਦੇ, ਘਰ ਘਰ ਅੰਦਰ ਧਰਮਸਾਲ, ਹੋਵੇ ਕੀਰਤਨ ਸਦਾ ਵਿਸੋਆ। ਇਉਂ ਗੁਰੂ ਨਾਨਕ ਪਾਤਸ਼ਾਹ ਜੀ ਸਾਹਿਬ ਜੀ ਦਾ ਉਪਦੇਸ਼ ਜਿਹੜਾ ਸੀ ਇਉਂ ਗੂੰਜਿਆ ਕਿ ਘਰ ਘਰ ਦੇ ਅੰਦਰ ਗੁਰੂ ਅਸਥਾਨ, ਘਰ ਘਰ ਅੰਦਰ ਧਰਮਸ਼ਾਲਾ ਬਣ ਗਈਆਂ। ਹਰ ਘਰ ਦੇ ਅੰਦਰ ਗੁਰੂ ਕੀ ਬਾਣੀ ਪੜ੍ਹੀ ਜਾਣ ਲੱਗੀ। ਹਰ ਘਰ ਦੇ ਵਿੱਚੋਂ ਸਤਨਾਮ ਵਾਹਿਗੁਰੂ ਦੀਆਂ ਆਵਾਜ਼ਾਂ ਆਉਣ ਲੱਗੀਆਂ। ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਕਹੀਏ ਜੇ ਘਰ ਨੂੰ ਧਰਮਸ਼ਾਲਾ ਬਣਾਉਣਾ ਹੈ, ਗੁਰਦੁਆਰਾ ਬਣਾਉਣਾ ਹੈ, ਤੇ ਜਿਸ ਤਰ੍ਹਾਂ ਇੱਕ ਗੁਰੂ ਘਰ ਦੀ ਬਾਹਰੀ ਦਿੱਖ ਹੈ, ਸ਼ਾਇਦ ਘਰ ਨੂੰ ਉਸ ਤਰ੍ਹਾਂ ਦੀ ਬਾਹਰੀ ਦਿੱਖ ਦੇਣੀ ਪਏਗੀ ਵੀ ਘਰ ਦੇ ਉੱਪਰ ਵੀ ਗੁੰਬਦ ਲਾਉਣਾ ਪਏਗਾ, ਨਿਸ਼ਾਨ ਸਾਹਿਬ ਲਾਉਣਾ ਪਏਗਾ। ਜੇ ਧਰਮਸ਼ਾਲਾ ਬਣਾਉਣੀ ਤੇ ਖੌਣੀਏ 'ਚ ਕਿੰਨੇ ਕਮਰੇ ਬਣਾਉਣੇ ਪੈਣਗੇ, ਐਸਾ ਨਹੀਂ। ਘਰ ਜਿਸ ਦਿਨ ਅੰਮ੍ਰਿਤ ਵੇਲੇ ਗੁਰੂ ਕੀ ਬਾਣੀ ਗੂੰਜਣ ਲੱਗ ਪਈ, ਉਹ ਘਰ ਧਰਮਸ਼ਾਲਾ ਹੈ, ਉਹ ਘਰ ਗੁਰੂ ਨਾਨਕ ਦਾ ਘਰ, ਉਹ ਗੁਰਦੁਆਰਾ ਹੈ। ਜਿਸ ਘਰ ਦੇ ਵਿੱਚ ਆਇਆ ਹੋਇਆ ਕੋਈ ਰਾਹੀ ਪਾਂਦੀ ਭੁੱਖਾ ਨਾ ਜਾਵੇ, ਉਹ ਘਰ ਧਰਮਸ਼ਾਲਾ ਹੈ। ਸੋ ਇਸ ਤਰ੍ਹਾਂ ਹਰ ਇੱਕ ਘਰ ਦੇ ਅੰਦਰ ਗੁਰੂ ਨਾਨਕ ਦੇ ਐਸੇ ਸਿਧਾਂਤ ਗੂੰਜੇ ਕਿ ਘਰ ਘਰ ਅੰਦਰ ਕੀਰਤਨ ਹੋਣ ਲੱਗਾ, ਘਰ ਘਰ ਦੇ ਅੰਦਰ ਧਰਮਸ਼ਾਲਾ ਬਣੀਆਂ। ਤੇ ਇੰਜ ਹੋ ਗਿਆ ਕਿ ਮਾਨੋ ਵਿਸਾਖੀ ਦਾ ਇਕੱਠ ਜਿਹੜਾ ਉਹ ਸਦਾ ਹੀ ਬਣਿਆ ਰਹਿੰਦਾ ਸੀ। ਗੁਰੂ ਨਾਨਕ ਪਾਤਸ਼ਾਹ ਜੀ ਜਿੱਥੇ ਜਾਂਦੇ ਸੀ ਉੱਥੇ ਇੰਨੀ ਸੰਗਤ ਆ ਜਾਂਦੀ ਸੀ। ਫਿਰ ਜਦੋਂ ਗੁਰੂ ਨਾਨਕ ਪਾਤਸ਼ਾਹ ਕਰਤਾਰਪੁਰ ਸਾਹਿਬ ਵੀ ਆ ਕੇ ਟਿਕ ਗਏ, ਤੇ ਜਿਵੇਂ ਵਿਸਾਖੀ ਤੇ ਹਜ਼ਾਰਾਂ ਲੱਖਾਂ ਸੰਗਤਾਂ ਇਕੱਤਰ ਹੁੰਦੀਆਂ ਸੀ, ਰੋਜ਼ ਗੁਰੂ ਨਾਨਕ ਦੇ ਉਸ ਪਾਵਨ ਘਰ ਦੇ ਵਿੱਚ ਵਿਸਾਖੀ ਦੀ ਤਰ੍ਹਾਂ ਇਕੱਠ ਹੁੰਦੇ ਸਨ। ਫਿਰ ਘਰ ਘਰ ਦੇ ਅੰਦਰ ਧਰਮਸ਼ਾਲਾ ਐਸੀਆਂ ਬਣ ਗਈਆਂ ਜਿਵੇਂ ਨਗਰ ਦੇ ਵਿੱਚ ਕੋਈ 2-4 ਪ੍ਰੇਮ ਵਾਲੇ ਘਰ। ਸੋ ਬਾਕੀ ਸਾਰੇ ਗੁਰਸਿੱਖ ਜਿਹੜੇ ਹੁੰਦੇ ਸੀ, ਕਦੀ ਇਸ ਘਰੇ ਇਕੱਤਰ ਹੋ ਜਾਣਾ, ਉਸ ਘਰ ਦੇ ਵਿੱਚ ਬਹਿ ਕੇ, ਜਿਵੇਂ ਅੱਜ ਵੀ ਕੁਝ ਪਰਿਵਾਰ ਹੁੰਦੇ ਨੇ ਰੋਜ਼ ਇਕੱਠੇ ਹੋ ਕੇ, ਜਿਵੇਂ ਅੱਜ ਇੱਕ ਗੁਰਸਿੱਖ ਦੇ ਘਰੇ ਰਾਤ ਕੀਰਤਨ ਕਰ ਲਿਆ, ਕੱਲ੍ਹ ਨੂੰ ਦੂਸਰੇ ਗੁਰਸਿੱਖ ਦੇ ਘਰੇ ਬਹਿ ਕੇ ਨਿਸ਼ਕਾਮ ਕੀਰਤਨ ਕਰ ਲਿਆ, ਪਰਿਵਾਰ ਸੰਗਤੀ ਰੂਪ ਅੰਦਰ। ਸੋ ਇਸ ਤਰ੍ਹਾਂ ਉਦੋਂ ਵੀ ਸੰਗਤਾਂ ਆਪਸ ਦੇ ਵਿੱਚ ਬਹਿ ਕੇ ਘਰਾਂ ਦੇ ਵਿੱਚ ਕੀਰਤਨ, ਗੁਰੂ ਨਾਨਕ ਦੀ ਵਿਚਾਰਧਾਰਾ, ਗੁਰੂ ਨਾਨਕ ਦੇ ਸ਼ਬਦ ਦਾ ਜਾਪ ਕਰਦੀਆਂ ਸਨ। ਇੰਜ ਕੀਰਤਨ ਸਦਾ ਵਿਸੋਆ, ਵਿਸਾਖੀ ਦੀ ਤਰ੍ਹਾਂ ਸੰਗਤਾਂ ਦੇ ਘਰਾਂ ਵਿੱਚ ਗੁਰੂ ਨਾਨਕ ਦੇ ਅਸਥਾਨਾਂ 'ਤੇ ਗੁਰੂ ਨਾਨਕ ਦੇ ਚਰਨਾਂ ਵਿੱਚ ਇਕੱਠ ਹੋਣ ਲੱਗੇ। ਬਾਬੇ ਤਾਰੇ ਚਾਰ ਚੱਕ, 9 ਖੰਡ ਪ੍ਰਿਥਵੀ ਸੱਚਾ ਢੋਆ। ਮੇਰੇ ਗੁਰੂ ਨਾਨਕ ਪਾਤਸ਼ਾਹ ਗੁਰੂ ਬਾਬੇ ਨੇ ਐਸੀ ਲਹਿਰ ਚਲਾਈ ਹੈ ਸਿੱਖੀ ਦੀ, ਐਸੀ ਲਹਿਰ ਚਲਾਈ ਹੈ ਪ੍ਰਚਾਰ ਦੀ ਕਿ 4 ਚੱਕ ਜਿਹੜੇ ਸਨ ਇਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਤਾਰ ਦਿੱਤੇ। ਫਿਰ ਉਸ ਤੋਂ ਉਪਰੰਤ 9 ਖੰਡ, ਇਸ ਧਰਤੀ ਦੇ 9 ਖੰਡ ਜਿਹੜੇ ਸਨ ਚਾਰੇ ਦਿਸ਼ਾਵਾਂ ਤਾਰੀਆਂ।
ਫਿਰ 9 ਖੰਡ ਪ੍ਰਿਥਵੀ ਸੱਚਾ ਟੋਆ, ਇਸ ਧਰਤੀ ਦੇ 9 ਖੰਡ ਜਿਹੜੇ ਸੀ ਅਤੇ ਸਾਰੇ ਪਾਸੇ ਸੱਚੇ ਦਾ ਮੇਲ ਹੋ ਗਿਆ। ਚਾਰੇ ਦਿਸ਼ਾਵਾਂ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿੱਖੀ ਸੇਵਕੀ ਫੈਲੀ। 9 ਖੰਡਾਂ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਰਤੇ ਪਰਮੇਸ਼ਰ ਦਾ ਨਾਮ ਜਪਾਇਆ ਤੇ ਜਿਤਨੇ ਵੀ ਜੀਵ, ਕੋਈ ਪਾਪੀ ਸੀ, ਕੋਈ ਸ਼ਰਾਪਿਆ ਸੀ, ਕੋਈ ਟੁੱਟਿਆ ਸੀ, ਉਹ ਸਾਰਿਆਂ ਨੂੰ ਕਰਤੇ ਨਾਲ ਮਿਲਾ ਦਿੱਤਾ। ਇੰਜ ਸੱਚਾ ਟੋਆ, ਸਾਰਿਆਂ ਦਾ ਮੇਲ ਹੋ ਗਿਆ ਤੇ ਸਾਰਿਆਂ ਨੂੰ ਸੱਚੇ ਪਰਮੇਸ਼ਰ ਦਾ ਟੋਆ ਆਸਰਾ ਮਿਲ ਗਿਆ। ਜਿਵੇਂ ਆਪਾਂ ਕਹਿੰਦੇ ਭਾਈ ਹੁਣ ਤਾਂ ਕੋਈ ਢੋ ਢੁੱਕ ਜਾਵੇ ਤੇ ਕੰਮ ਹੋ ਸਕਦਾ, ਜਦੋਂ ਕੋਈ ਆਸਰਾ ਲੱਗ ਜਾਵੇ ਤਾਂ। ਇਸ ਤਰ੍ਹਾਂ ਡੁੱਬਦੇ ਹੋਏ ਸ਼ਰਾਪਿਆਂ ਨੂੰ ਵੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਢੋ ਲਾ ਦਿੱਤੀ ਐਸੀ, ਮਾਲਕ ਦੇ ਸ਼ਬਦ ਦਾ ਆਸਰਾ ਦੇ ਦਿੱਤਾ ਕਿ ਉਹਨਾਂ ਦਾ ਸੰਸਾਰ ਤੇ ਭਲਾ ਹੋ ਗਿਆ। ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਇਸ ਤਰ੍ਹਾਂ ਕਲਯੁਗ ਵਿੱਚ ਸ਼੍ਰੋਮਣੀ ਗੁਰੂ, ਗੁਰੂਆਂ ਦੇ ਗੁਰੂ, ਆਪ ਜੋਤ, ਆਪ ਨਿਰੰਕਾਰ ਸਰੂਪ ਧੰਨ ਗੁਰੂ ਨਾਨਕ ਦੇਵ ਮਹਾਰਾਜ ਪ੍ਰਗਟ ਹੋਏ ਨੇ। ਸੋ ਇਸ ਤਰ੍ਹਾਂ ਭਾਈ ਸਾਹਿਬ ਜੀ ਇਸ ਪਾਵਨ 27ਵੀਂ ਪੌੜੀ ਵਿੱਚ ਦੱਸਦੇ ਨੇ ਕਿ ਕਲਯੁਗ ਦੀ ਜਿਹੜੀ ਦਸ਼ਾ ਸੀ ਇੰਨੀ ਭਿਆਨਕ ਸੀ ਕਿ ਜਿਵੇਂ ਆਪਾਂ ਸਰਵਣ ਕਰ ਰਹੇ ਹਾਂ। ਸੋ ਇੰਨੀ ਭਿਆਨਕ ਦਸ਼ਾ ਨੂੰ ਤੱਕ ਕੇ ਗੁਰੂ ਨਾਨਕ ਪਾਤਸ਼ਾਹ ਜਗਤ ਜਲੰਦੇ ਦੇ ਉਧਾਰ ਹਿਤ ਗੁਰੂ ਨਾਨਕ ਪਾਤਸ਼ਾਹ ਤੁਰੇ। ਸਾਹਿਬ ਨੇ ਕੀ ਦੇਖਿਆ? ਸਾਰੇ ਪਾਸੇ ਪਾਪਾਂ ਦਾ ਅੰਧਕਾਰ ਹੈ। ਸੋ ਗੁਰੂ ਨਾਨਕ ਪਾਤਸ਼ਾਹ ਨੇ 10 ਦਿਸ਼ਾਵਾਂ ਦੇ ਵਿੱਚ 4 ਮੁਖ ਨੇ, 4 ਗੌਣ ਨੇ, ਆਕਾਸ਼ ਪਾਤਾਲ, ਇਹਨਾਂ 10 ਦਿਸ਼ਾਵਾਂ ਦੇ ਵਿੱਚ ਉਪਦੇਸ਼ ਦਿੱਤਾ, ਜਿਸ ਦੇ ਸਦਕਾ ਅਨੇਕਾਂ ਜੀਵ ਜਿਹੜੇ ਹਨ ਉਹ ਸੰਸਾਰ ਸਮੁੰਦਰ ਤੋਂ ਤਰ ਗਏ ਹਨ। ਅੱਗੇ 28ਵੀਂ ਪੌੜੀ 'ਚ ਕਿਰਪਾ ਕਰਦੇ ਨੇ। ਬਾਬੇ ਡਿਠੀ ਪ੍ਰਿਥਵੀ ਨਵੈ ਖੰਡ ਜਿਥੈ ਤੱਕ ਆਹੀ। ਗੁਰੂ ਨਾਨਕ ਗੁਰੂ ਬਾਬੇ ਨੇ ਪ੍ਰਿਥਵੀ ਵੇਖੀ, ਇਹ ਧਰਤੀ ਵੇਖੀ, 9 ਖੰਡ, ਜਿੱਥੇ ਤੱਕ ਆਹੀ। ਜਿੱਥੇ ਤੱਕ ਆਈ ਮਤਲਬ ਜਿੱਥੋਂ ਤੱਕ ਵੀ ਧਰਤੀ ਹੈ। ਇਹ ਨਹੀਂ ਵੀ ਜਿੱਥੋਂ ਤੱਕ ਗੁਰੂ ਨਾਨਕ ਨੂੰ ਦਿਸੀ, ਇਹ ਅਰਥ ਨਹੀਂ ਕਰਨਾ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੂੰ ਤੇ ਸਾਰਾ ਬ੍ਰਹਿਮੰਡ ਦਿਸਦਾ ਪਿਆ। ਉਹਨਾਂ ਤੇ ਪੀਰ ਦਸਤਗੀਰ ਦੇ ਪੁੱਤਰ ਨੂੰ ਦਿਖਾ ਦਿੱਤਾ ਸੀ। ਹੁਣ ਜਿਹੜੇ ਗੁਰੂ ਨਾਨਕ ਉਹਦੇ ਪੁੱਤਰ ਨੂੰ ਬ੍ਰਹਿਮੰਡ ਦਿਖਾ ਸਕਦੇ, ਹਜ਼ਾਰਾਂ ਧਰਤੀਆਂ ਦਿਖਾ ਸਕਦੇ ਨੇ, ਲੱਖਾਂ ਪਾਤਾਲ ਆਕਾਸ਼ ਦਿਖਾ ਸਕਦੇ ਨੇ, ਕਿ ਉਹ ਗੁਰੂ ਨਾਨਕ ਨੂੰ ਆਪ ਨਹੀਂ ਦਿਸਦੇ। ਜਿੱਥੇ ਤੱਕ ਆਈ ਮਤਲਬ ਇਹ ਸਾਰਾ ਬ੍ਰਹਿਮੰਡ ਜਿੱਥੋਂ ਤੱਕ ਹੈ। ਫਿਰ ਇਹ ਜਿਹੜੀ ਧਰਤੀ ਜਿਹਦੇ ਉੱਤੇ ਆਮ ਇਨਸਾਨ ਦਾ ਜੀਵਨ ਹੈ, ਜਿੱਥੇ ਤੱਕ ਆਈ, ਗੁਰੂ ਨਾਨਕ ਪਾਤਸ਼ਾਹ ਨੇ ਵੀ ਬਹੁਤ ਦੂਰ ਤੱਕ ਇਹ ਸਾਰੀ ਪ੍ਰਿਥਵੀ ਦਾ ਕੋਨਾ ਕੋਨਾ ਜਿਹੜਾ ਇਹਨੂੰ ਦੇਖਿਆ ਹੈ। ਬਾਬੇ ਡਿੱਠੀ ਪ੍ਰਿਥਵੀ, ਤੁਰ ਕੇ ਚੱਲ ਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਦਾਸੀਆਂ ਕਰਕੇ ਵੇਖਿਆ। ਜਦੋਂ ਗੁਰੂ ਨਾਨਕ ਪਾਤਸ਼ਾਹ ਇਹਨਾਂ ਉਦਾਸੀਆਂ 'ਤੇ ਤੁਰੇ ਨੇ, ਚੜ੍ਹਿਆ ਸੋਧਨ ਧਰਤ ਲੁਕਾਈ ਦਾ ਸਿਧਾਂਤ ਲੈ ਕੇ ਚੱਲੇ ਨੇ, ਤਾਂ ਮੇਰੇ ਗੁਰੂ ਨਾਨਕ ਪਾਤਸ਼ਾਹ ਦਾ ਇੱਕ ਐਸੇ ਲੋਕਾਂ ਦੇ ਨਾਲ ਮਿਲਾਪ ਹੁੰਦਾ ਹੈ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਨਾਲ ਬਹੁਤ ਚਰਚਾ ਵਿਚਾਰ ਵਟਾਂਦਰਾ ਕੀਤਾ। ਉਹ ਕਿਹੜੇ ਲੋਕ ਸਨ? ਫਿਰ ਜਾਏ ਚੜ੍ਹਿਆ ਸੁਮੇਰ ਪਰ ਸਿੱਧ ਮੰਡਲੀ ਦ੍ਰਿਸ਼ਟੀ ਆਈ। ਗੁਰੂ ਨਾਨਕ ਪਾਤਸ਼ਾਹ ਸੁਮੇਰ ਪਰਬਤ 'ਤੇ ਚੜ੍ਹ ਗਏ ਨੇ। ਫਿਰ ਜਾਏ ਚੜ੍ਹਿਆ, ਚੱਲਦਿਆਂ ਚੱਲਦਿਆਂ ਵਿਚਰਦਿਆਂ ਸੁਮੇਰੂ ਪਰਬਤ 'ਤੇ ਜਾ ਚੜ੍ਹੇ। ਜਦੋਂ ਪਹੁੰਚਦੇ ਨੇ, ਰਸਤੇ ਦੇ ਵਿੱਚ ਹੀ ਆਪਾਂ ਗੁਰੂ ਨਾਨਕ ਪ੍ਰਕਾਸ਼ ਇਤਿਹਾਸ ਜਦੋਂ ਪੜ੍ਹਦੇ ਹਾਂ, ਬੜੇ ਸਿੱਧ, ਕਦੀ ਭੰਗਰਨਾਥ, ਕਦੀ ਮਸ਼ੰਗਰਨਾਥ, ਕਦੀ ਕੋਈ ਮਸ਼ੰਦਰਨਾਥ ਵਰਗੇ ਗੁਰੂ ਨਾਨਕ ਪਾਤਸ਼ਾਹ ਦੇ ਵਿੱਚ ਰਾਹ ਦੇ ਵਿੱਚ ਆਉਂਦੇ ਨੇ। ਕੋਈ ਸਿੱਧੀਆਂ, ਕੋਈ ਸ਼ਕਤੀਆਂ ਵਿਖਾਉਂਦਾ, ਕੋਈ ਚਰਚਾ ਕਰਦਾ ਹੈ। ਸਾਰੇ ਹੀ ਦਾਅਵਾ ਕਰਕੇ ਆਉਂਦੇ ਨੇ, ਮੈਂ ਜਾਣਾ, ਮੈਂ ਅੱਗੋਂ ਦੀ ਹੋ ਕੇ ਜਿੱਤ ਕੇ ਤੇ ਉਹਨਾਂ ਨੂੰ ਆਪਣੇ ਨਾਲ ਲਿਆ ਕੇ ਆਪਣੇ ਪੰਥ ਵਿੱਚ ਸ਼ਾਮਲ ਕਰਦਾ। ਪਰ ਜਿਹੜਾ ਵੀ ਜਾਂਦਾ ਸੀ ਉਹ ਹਾਰ ਖਾ ਕੇ ਪਿਛਾਂਹ ਆ ਜਾਂਦਾ ਸੀ। ਇੰਜ ਗੁਰੂ ਨਾਨਕ ਪਾਤਸ਼ਾਹ ਸੁਮੇਰੂ ਪਰਬਤ 'ਤੇ ਚੜ੍ਹ ਗਏ, ਉਹਨਾਂ ਲੋਕਾਂ ਤੋਂ ਨਹੀਂ ਰੋਕਿਆ ਗਿਆ। ਜਦੋਂ ਪਹੁੰਚਦੇ ਨੇ, ਸਿੱਧ ਮੰਡਲੀ ਦ੍ਰਿਸ਼ਟੀ ਆਈ। ਸਾਹਮਣੇ ਕੀ ਦੇਖਦੇ ਨੇ? ਸਿੱਧਾਂ ਦੀ ਬਹੁਤ ਵੱਡੀ ਮੰਡਲੀ ਜਿਹੜੀ ਹੈ, ਮੰਡਲੀ ਕਹਿੰਦੇ ਸਮੂਹ ਰੂਪ ਦੇ ਵਿੱਚ ਬਹੁਤ ਜ਼ਿਆਦਾ ਸਿੱਧ ਜਿਹੜੇ ਉਹ ਬੈਠੇ ਹੋਏ ਨੇ, ਉਹਨਾਂ ਨੂੰ ਦੇਖਿਆ। 84 ਸਿੱਧ ਗੋਰਖਾਦ ਮਨ ਅੰਦਰ ਗਿਣਤੀ ਵਰਤਾਈ। ਫਿਰ 84 ਸਿੱਧ ਜਿਹੜੇ ਸਨ, ਗੋਰਖ ਆਦ, ਗੋਰਖਾਦ ਦਾ ਅਰਥ ਸੰਧੀ ਛੇਦ ਕਰੋ ਤਾਂ ਗੋਰਖ ਆਦ, ਗੋਰਖ ਦੇ ਸਮੇਤ ਉਹਨਾਂ ਸਾਰਿਆਂ ਨੇ ਕੀ ਦੇਖਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਜਦੋਂ ਆਏ ਨੇ ਤਾਂ ਮਨ ਅੰਦਰ, ਉਹਨਾਂ ਸਾਰਿਆਂ ਦੇ ਮਨ ਦੇ ਅੰਦਰ ਇੱਕ ਫੁਰਨਾ ਬਣਿਆ। ਉਹ ਕੀ ਸੀ? ਇੱਥੇ ਕਿ ਸ਼ਕਤੀ ਨਾਲ ਗੁਰੂ ਨਾਨਕ ਆ ਗਿਆ। ਇੱਥੇ ਤੇ ਆਪਾਂ ਇੰਨੀਆਂ ਸਿੱਧੀਆਂ ਪ੍ਰਾਪਤ ਕਰਕੇ, ਮਸ਼ੱਕਤਾਂ ਕਰਕੇ ਫਿਰ ਇੱਥੋਂ ਤੱਕ ਪਹੁੰਚੇ, ਕਿਉਂਕਿ ਰਸਤਾ ਬੜਾ ਕਠਿਨ ਹੈ। ਆਮ ਪਹਾੜੀ ਦੇ ਉੱਤੇ ਚੜ੍ਹਨਾ ਹੋਵੇ ਕਿੰਨਾ ਮੁਸ਼ਕਿਲ ਹੈ,
ਸੁਮੇਰੂ ਪਰਬਤ ਕੈਲਾਸ਼ ਪਰਬਤ ਦੇ ਲਾਗੇ। ਸੋ ਕਿਸ ਤਰ੍ਹਾਂ ਦਾ ਬਿਖੜਾ ਪੈਂਡਾ, ਉੱਚੇ ਉਹਦੇ ਵਿੱਚ ਪੱਥਰ, ਝਾੜੀਆਂ, ਫਿਰ ਟੋਏ, ਪਤਾ ਨਹੀਂ ਕੈਸਾ ਕੈਸਾ ਬਿਖੜਾ ਪੈਂਡਾ ਹੈ, ਬਰਫੀਲੀਆਂ ਚੋਟੀਆਂ ਨੇ ਉਹ। ਉੱਥੇ ਆਮ ਮਨੁੱਖ ਦਾ ਜਾਣਾ ਬਹੁਤ ਮੁਸ਼ਕਲ ਹੈ। ਸੋ ਸੁਭਾਵਕ ਸੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਆਉਂਦੇ ਡਿੱਠਣਾ ਤੇ ਸਵਾਲ ਤੇ ਮਨ ਦੇ ਵਿੱਚ ਆਉਣਾ ਸੀ। ਮੈਂ ਇੱਕ ਜ਼ਿਕਰ ਕਰਾਂ, ਆਮ ਮਨੁੱਖ ਦਾ ਅਰਥ ਗੁਰੂ ਨਾਨਕ ਪਾਤਸ਼ਾਹ ਵੱਲ ਨਾ ਕਰਨਾ। ਆਮ ਦਾ ਭਾਵ ਜੇ ਆਪਣੇ ਵਰਗੇ ਮਨੁੱਖ ਆਮ ਪਹਾੜੀਆਂ ਦੇ ਉੱਤੇ ਆਮ ਮਨੁੱਖ ਦਾ ਚੜ੍ਹਨਾ ਔਖਾ ਹੈ, ਤੇ ਸੁਮੇਰੂ ਪਰਬਤ ਤੇ ਜਿਹੜੇ ਅੱਜ ਚੜ੍ਹਦੇ ਨੇ ਕਦੀ, ਉਹ ਵੇਖੋ ਉਹ ਕਿੰਨਾ ਕੁਛ ਆਪਣੇ ਨਾਲ ਲੈ ਕੇ, ਇੱਥੋਂ ਤੱਕ ਆਕਸੀਜਨ ਗੈਸ ਨਾਲ ਸਿਲੰਡਰ ਲੈ ਕੇ, ਹੋਰ ਕਿੰਨਾ ਕੁਛ, ਹਰ ਤਕਨੀਕੀ ਸਾਧਨ ਆਪਣੇ ਨਾਲ ਲੈ ਕੇ ਤੁਰਦੇ, ਫਿਰ ਵੀ ਸਿਰੇ ਮੁਸ਼ਕਲ ਜਾਂਦੇ ਨੇ। ਹੁਣ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਕੋਈ ਤਕਨੀਕੀ ਸਾਧਨ ਨਹੀਂ, ਤਨ ਦੇ ਉੱਤੇ ਸਾਧੂਆਂ ਵਾਲਾ ਸਿੱਧਾ ਸਾਦਾ ਜਿਹਾ ਲਿਬਾਸ ਹੈ। ਜਦੋਂ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਨੂੰ ਵੇਖਿਆ ਤੇ ਸਿੱਧਾਂ ਦੇ ਮਨ 'ਚ ਸਵਾਲ ਹੋਣਾ ਸੁਭਾਵਕ ਸੀ। ਮਨ ਦੇ ਵਿੱਚ ਗਿਣਤੀਆਂ ਗਿਣਨ ਲੱਗੇ ਨੇ, ਵਿਚਾਰਾਂ ਕਰਨ ਲੱਗੇ ਨੇ। ਫਿਰ ਗੁਰੂ ਨਾਨਕ ਪਾਤਸ਼ਾਹ ਜਦੋਂ ਕੋਲ ਗਏ, ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਆਦੇਸ਼ ਕੀਤੀ। ਜਦੋਂ ਜਪਜੀ ਸਾਹਿਬ ਅੰਦਰ ਪੜ੍ਹਦੇ ਆ, ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਆਦੇਸ਼ ਤੇ ਸਹਿ ਆਦੇਸ਼। ਭਾਈ ਤੁਸੀਂ ਨਮਸਕਾਰ ਕਰਦੇ ਹੋ ਸਾਨੂੰ, ਪਰ ਸਾਡੀ ਨਮਸਕਾਰ ਤੁਹਾਨੂੰ ਨਹੀਂ ਹੈ। ਸਾਡੀ ਨਮਸਕਾਰ ਆਦੇਸ਼ ਤੇ ਸਹਿ ਆਦੇਸ਼, ਕਿਹਨੂੰ? ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕ ਹੋਵੇ, ਸਾਡੀ ਉਹਨੂੰ ਨਮਸਕਾਰ ਹੈ। ਸੋ ਇਸ ਤਰ੍ਹਾਂ ਜਦੋਂ ਬਹਿ ਗਏ, ਮਿਲਾਪ ਹੋਇਆ, ਉਹਨਾਂ ਨੇ ਪੈਂਦੇ ਸਰ ਸਵਾਲ ਪੁੱਛਿਆ। ਉਹ ਸਵਾਲ ਕੀ ਸੀ? ਸਿੱਧ ਪੁੱਛਣ ਸੁਣ ਬਾਲਿਆ, ਕੌਣ ਸ਼ਕਤ ਤੋਹੇ ਇੱਥੇ ਲਿਆਈ। ਬੜੇ ਹੈਰਾਨ ਹੋ ਕੇ ਪੁੱਛਦੇ ਨੇ। ਇਹ ਸਾਰੀ ਵਿਚਾਰ ਜਿਹੜੀ ਹੈ ਇਸ ਪੌੜੀ ਦੀ, ਸਿੱਧ ਗੋਸ਼ਟ ਬਾਣੀ ਜਦੋਂ ਆਪਾਂ ਪੜ੍ਹਾਂਗੇ, ਸਿੱਧ ਗੋਸ਼ਟ ਦੇ ਅੰਦਰ ਬੜੇ ਵਿਸਥਾਰ ਨਾਲ ਜਿਤਨੇ ਵੀ ਪ੍ਰਸ਼ਨ ਉੱਤਰ ਸਿੱਧਾਂ ਨੇ ਗੁਰੂ ਨਾਨਕ ਬਾਬੇ ਨਾਲ ਕੀਤੇ, ਸਾਰੇ ਆਪਾਂ ਨੂੰ ਉੱਥੇ ਬੜੇ ਵਿਸਥਾਰ ਨਾਲ ਗੁਰੂ ਨਾਨਕ ਨੇ ਤਰਸ ਕਰਕੇ ਸਾਨੂੰ ਉਸੇ ਤਰ੍ਹਾਂ ਹੂਬਹੂ ਆਪਣੀ ਪਾਵਨ ਬਾਣੀ ਵਿੱਚ ਦੇ ਦਿੱਤੇ ਨੇ। ਸੋ ਇਸ ਤਰ੍ਹਾਂ ਪੈਂਦੇ ਸਾਰੋ ਸਿੱਧ ਪੁੱਛਦੇ ਨੇ, ਸੁਣ ਬਾਲਿਆ। ਬਾਲਿਆ ਦਾ ਅਰਥ ਸੀ ਹੇ ਬਾਲਕ। ਬਾਲਕ ਕਹਿਣ ਦਾ ਭਾਵ ਸੀ ਉਹਨਾਂ ਨੇ ਆਪਣੀਆਂ ਉਮਰਾਂ ਬਹੁਤ ਵਧਾ ਲਈਆਂ ਸਨ। ਅਤੇ ਜਿਵੇਂ ਹੁਣ ਇੱਕ 80 ਸਾਲ ਦਾ ਹੋਵੇ ਅੱਜ ਦੀ ਦੁਨੀਆ 'ਚ, ਇੱਕ ਹੁਣ 15 20 30 ਸਾਲ ਦਾ ਹੋਵੇ, ਉਹਨੂੰ ਕਹਿੰਦਾ ਤੂੰ ਤੇ ਬੱਚਾ ਹੈ ਮੇਰੇ ਸਾਹਮਣੇ। ਹੁਣ ਉਹ 80 ਸਾਲ ਵਾਲੇ ਨਹੀਂ ਸੀ, ਉਹ ਕਿਸੇ ਦੀ ਉਮਰ 500 ਸਾਲ, ਕਿਸੇ ਦੀ 700 ਸਾਲ, ਕਿਸੇ ਦੀ 800 ਸਾਲ ਉਮਰ। ਹੁਣ ਉਹਨਾਂ ਨੇ ਤੇ ਸੁਭਾਵਿਕ ਗੁਰੂ ਨਾਨਕ ਨੂੰ ਇੱਕ ਬਾਲਕ, ਇੱਕ ਬੱਚੇ ਦੀ ਨਿਆਈ ਸਮਝਣਾ ਸੀ। ਸੋ ਪੁੱਛਦੇ ਨੇ, ਕਹਿੰਦੇ ਸੁਣ ਬਾਲਿਆ, ਐ ਬਾਲਕ ਸੁਣ, ਕੌਣ ਸ਼ਕਤ ਤੋਹੇ ਇੱਥੇ ਲਿਆਈ। ਇਸ ਇੰਨੀ ਉੱਚੀ ਥਾਂ ਦੇ ਉੱਤੇ ਐਸੀ ਕਿਹੜੀ ਸ਼ਕਤੀ ਹੈ ਤੇਰੇ ਕੋਲ, ਐਸੀ ਕਿਹੜੀ ਤਕਨੀਕ ਹੈ ਤੇਰੇ ਕੋਲ, ਜਿਹੜੀ ਤੈਨੂੰ ਇੰਨੀ ਉੱਚੀ ਥਾਂ ਦੇ ਉੱਤੇ ਬਿਨਾਂ ਕਿਸੇ ਰੁਕਾਵਟ ਦੇ, ਬਿਨਾਂ ਕੋਈ ਸੱਟ ਫੇਟ ਲੱਗੇ ਦੇ, ਇੰਜ ਕਹਿ ਲਓ ਬਿਨਾਂ ਕਿਸੇ ਜੰਗਲੀ ਜਾਨਵਰ ਦੇ ਹੱਥ ਆਏ ਦੇ, ਕਿਉਂਕਿ ਰਾਹ 'ਚ ਬੜੇ ਭਿਆਨਕ ਜਾਨਵਰ ਆਉਂਦੇ ਨੇ। ਸੋ ਇਸ ਤਰ੍ਹਾਂ ਬੜੇ ਆਰਾਮ ਦੇ ਨਾਲ, ਬੜੇ ਸੁੱਖ ਸ਼ਾਂਤ ਦੇ ਨਾਲ ਤੈਨੂੰ ਇੱਥੇ ਲਏ, ਐਸੀ ਕਿਹੜੀ ਸ਼ਕਤੀ ਤੇਰੇ ਕੋਲ। ਤਾਂ ਗੁਰੂ ਨਾਨਕ ਪਾਤਸ਼ਾਹ ਅੱਗੋਂ ਜਵਾਬ ਦਿੰਦਿਆਂ ਕਹਿੰਦੇ ਨੇ, ਹਉ ਜਪਿਆ ਪਰਮੇਸ਼ਰੋ, ਭਾਉ ਭਗਤ ਸੰਗ ਤਾੜੀ ਲਾਈ। ਭਾਈ ਮੈਂ ਤੁਹਾਡੇ ਤਰ੍ਹਾਂ ਕੋਈ ਰਿੱਧੀਆਂ ਸਿੱਧੀਆਂ ਦੇ ਮਗਰ ਨਹੀਂ ਭੱਜਦਾ, ਤੁਹਾਡੇ ਤਰ੍ਹਾਂ ਸ਼ਕਤੀਆਂ ਪ੍ਰਾਪਤ ਨਹੀਂ ਕੀਤੀਆਂ ਵੀ ਉੱਡ ਪਏ, ਕਿਉਂਕਿ ਸਿੱਧ ਉੱਡ ਉੱਡ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਆ ਕੇ ਕੋਈ ਉੱਡਦਾ ਪਿਆ ਸੀ, ਕੋਈ ਕੁਛ ਕਰਦਾ ਸੀ, ਆਪਣੀਆਂ ਸ਼ਕਤੀਆਂ ਵਿਖਾਉਂਦੇ। ਸਭ ਕਹਿੰਦੇ ਨਹੀਂ ਭਾਈ, ਮੈਂ ਤੁਹਾਡੇ ਤਰ੍ਹਾਂ ਇੰਜ ਉੱਡਦਾ ਨਹੀਂ ਹਾਂ, ਮੈਂ ਇਹਨਾਂ ਰਿੱਧੀਆਂ ਸਿੱਧੀਆਂ ਦੇ ਚੱਕਰਾਂ ਵਿੱਚ ਨਹੀਂ ਹਾਂ। ਮੈਂ ਤਾਂ ਕੀ ਕਰਦਾ, ਹਉ ਜਪਿਆ ਪਰਮੇਸ਼ਰੋ, ਮੈਂ ਤਾਂ ਕੇਵਲ ਇੱਕ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਜਪਿਆ, ਅਤੇ ਪ੍ਰੇਮਾ ਭਗਤੀ ਜਿਹੜੀ ਹੈ ਉਸ ਪ੍ਰੇਮਾ ਭਗਤੀ ਦੇ ਵਿੱਚ ਤਾੜੀ ਲਾਈ। ਤਾੜੀ ਭਾਵ ਸਮਾਧੀ ਲਾਈ ਹੈ। ਸਮਾਧੀ ਦਾ ਭਾਵ ਬਸ ਦਿਨ ਰਾਤ ਉਸ ਅਕਾਲ ਪੁਰਖ ਪਰਮੇਸ਼ਰ ਨੂੰ ਇੱਕ ਮਨ ਇੱਕ ਚਿੱਤ ਹੋ ਕਰਕੇ ਉਹਨੂੰ ਧਿਆਇਆ ਹੈ। ਬਸ ਇਸੇ ਦੇ ਸਦਕਾ, ਉਸ ਨਾਮ ਦੇ ਪ੍ਰਤਾਪ ਸਦਕਾ, ਉਸ ਪਰਮੇਸ਼ਰ ਦੀ ਕਿਰਪਾ ਦੇ ਸਦਕਾ ਮੈਂ ਇੱਥੋਂ ਤੱਕ ਪਹੁੰਚ ਗਿਆ ਹਾਂ। ਫਿਰ ਅੱਗੇ ਸਵਾਲ ਕਰਦੇ ਨੇ, ਆਖਣ ਸਿੱਧ ਸੁਣ ਬਾਲਿਆ, ਆਪਣਾ ਨਾਮ ਤੁਮ ਦੇਹੁ ਬਤਾਈ। ਸਿੱਧ ਕਹਿੰਦੇ ਨੇ, ਹੇ ਬਾਲਿਆ, ਹੇ ਬਾਲਕ, ਆਪਣਾ ਨਾਮ ਜਿਹੜਾ ਉਹ ਸਾਨੂੰ ਦੱਸ ਫਿਰ। ਹਾਲਾਂਕਿ ਉਹਨਾਂ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਨਾਮ ਤੋਂ ਥੋੜ੍ਹਾ ਜਾਣੂ ਵੀ ਨੇ, ਪਰ ਫਿਰ ਵੀ ਪੁੱਛਦੇ ਹਨ, ਕਿਉਂਕਿ ਜਿਹੜੇ ਰਾਹ ਵਿੱਚ ਮਿਲੇ ਸੀ ਨਾ, ਉਹਨਾਂ ਜਾ ਕੇ ਖਬਰ ਦੇ ਦਿੱਤੀ ਸੀ ਗੁਰੂ ਨਾਨਕ ਹੈ। ਫਿਰ ਵੀ ਸਵਾਲੀਆ ਤੌਰ 'ਤੇ ਕਹਿੰਦੇ ਆਪਣਾ ਨਾਮ ਦੱਸੋ। ਤਾਂ ਹੁਣ ਕੋਈ ਆਮ ਸੰਸਾਰੀ ਹੁੰਦਾ ਤੇ ਉਹ ਪਤਾ ਹੀ ਨਹੀਂ ਕਿੰਨੀ ਕੁ ਡਿਟੇਲ ਦਿੰਦਾ,
ਪਰ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਆਪ ਨੂੰ ਇੰਨੀ ਨਿਰਮਾਨਤਾ ਵਿੱਚ ਰੱਖਿਆ, ਕਹਿਣ ਲੱਗੇ ਬਾਬਾ ਆਖੇ ਨਾਥ ਜੀ, ਨਾਨਕ ਨਾਮ ਜਪੇ ਗਤ ਪਾਈ। ਬਾਬਾ ਆਖੇ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿਣ ਲੱਗੇ ਨਾਥ ਜੀ, ਐ ਗੋਰਖਨਾਥ, ਐ ਸਿੱਧ ਪੁਰਖੋ, ਮੇਰਾ ਨਾਮ ਜਿਹੜਾ ਉਹ ਨਾਨਕ ਹੈ। ਤੇ ਨਾਮ ਜਪ ਕੇ ਇਹ ਸਾਰੀ ਗਤ ਪਾਈ, ਆ ਸਾਰੀ ਸ਼ਕਤੀ ਜੋ ਤੁਸੀਂ ਦੇਖ ਰਹੇ ਹੋ, ਜੋ ਇੱਥੋਂ ਤੱਕ ਪਰਮੇਸ਼ਰ ਨੂੰ ਜਪ ਕੇ ਮੈਂ ਪਹੁੰਚਿਆ। ਨਾਨਕ ਨਾਮ ਇਸ ਤਰ੍ਹਾਂ ਵੀ ਅਰਥ ਹੈ। ਫਿਰ ਨਾਨਕ ਨਾਮ ਜਪੇ ਗਤ ਪਾਈ, ਮੇਰੇ ਇਸ ਤਨ ਦਾ ਨਾਮ, ਸਰੀਰ ਦਾ ਜਿਹੜਾ ਉਹ ਨਾਨਕ ਹੈ। ਮੈਂ ਨਾਮ ਨੂੰ ਜਪ ਕਰਕੇ ਗਤ ਪ੍ਰਾਪਤ ਕੀਤੀ ਹੈ, ਪਰਮੇਸ਼ਰ ਦੀ ਸ਼ਕਤੀ ਪ੍ਰਾਪਤ ਕੀਤੀ ਹੈ। ਨੀਚ ਕਹਾਏ ਊਚ ਘਰ ਆਈ, ਇਸ ਤਰ੍ਹਾਂ ਨੀਚ ਕਹਾ ਕੇ ਨਿਮਰਤਾ ਭਾਵ ਦੇ ਵਿੱਚ ਰਹਿ ਕਰਕੇ ਇਹ ਵੱਡੀ ਵਡਿਆਈ, ਇਹ ਉੱਚੇ ਦਰਜੇ ਜਿਹੜੇ ਨੇ ਪ੍ਰਾਪਤ ਕਰੀਦੇ ਹਨ। ਇੰਜ 28ਵੀਂ ਪੌੜੀ 'ਚ ਭਾਈ ਸਾਹਿਬ ਜ਼ਿਕਰ ਕਰਦੇ, ਗੁਰੂ ਨਾਨਕ ਪਾਤਸ਼ਾਹ ਸੁਮੇਰੂ ਪਰਬਤ 'ਤੇ ਗਏ, ਜਿੱਥੇ ਮਾਨ ਸਰੋਵਰ ਦੀ ਝੀਲ ਹੈ। ਉੱਥੇ ਇਹਨਾਂ ਸਿੱਧਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਡਿੱਠਾ। ਗੁਰੂ ਨਾਨਕ ਪਾਤਸ਼ਾਹ ਤੋਂ ਸਿੱਧੀਆਂ ਸ਼ਕਤੀਆਂ ਪੁੱਛੀਆਂ ਨੇ, ਪਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕੇਵਲ ਪਰਮੇਸ਼ਰ ਦਾ ਨਾਮ ਲੈ ਕਰਕੇ ਪਹੁੰਚ ਗਏ ਆ। ਬਾਕੀ ਨੀਚ ਕਹਾਏ, ਨਿਮਰਤਾ ਹੀ ਸਭ ਤੋਂ ਵੱਡਾ ਜੀਵਨ ਦਾ ਗਹਿਣਾ ਹੈ। ਆਪਸ ਕੋ ਜੋ ਜਾਣੈ ਨੀਚਾ, ਸੋ ਗਣੀਐ ਸਭ ਤੇ ਉੱਚਾ। ਗੁਰੂ ਅਰਜਨ ਦੇਵ ਪਾਤਸ਼ਾਹ ਵੀ ਬਚਨ ਕਹਿੰਦੇ ਨੇ। ਸੋ ਇਸ ਤਰ੍ਹਾਂ 28 ਪੌੜੀਆਂ ਅੰਦਰ ਭਾਈ ਸਾਹਿਬ ਗੁਰਦਾਸ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਦਾਸੀ ਦਾ ਜ਼ਿਕਰ ਕੀਤਾ ਹੈ। ਸੋ ਇੱਥੇ 28 ਪੌੜੀਆਂ ਸੰਪੂਰਨ ਨੇ। ਅੱਗੇ 29ਵੀਂ ਪੌੜੀ ਵਿੱਚ ਆਪਾਂ ਸਰਵਣ ਕਰਾਂਗੇ ਕਿਸ ਤਰ੍ਹਾਂ ਫਿਰ ਸਿੱਧਾਂ ਦੀ ਗੁਰੂ ਨਾਨਕ ਪਾਤਸ਼ਾਹ ਨਾਲ ਚਰਚਾ ਹੁੰਦੀ ਹੈ। ਸੋ ਹੋਈਆਂ ਭੁੱਲਾਂ ਦੀ ਖਿਮਾ, ਸਹਿਬ ਸਮੱਤ ਦੀ ਦਾਤ ਬਖਸ਼, ਨਿਵਾਜ ਨਾ ਕਰਨ। ਬਾਬਾ ਆਖੇ ਨਾਥ ਜੀ, ਨਾਨਕ ਨਾਮ ਜਪੇ ਗਤ ਪਾਈ। ਨੀਚ ਕਹਾਏ ਊਚ ਘਰ ਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।